ਜਿਸਨੂੰ ਮਤਿ ਆਵੇ ਸੋ ਸਤਿਗੁਰ ਮਹਿ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਿ ਨਾਮ। ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ। ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ। ਨਿਜ ਘਰ ਵਾਸਾ ਹੋਏ ਗੌੜੀ ਗੁਆਰੇਰੀ। ਮਹਿਲਾ ਪੰਜਵਾਂ। ਜਿਨ ਕੀਤਾ ਮਾਟੀ ਤੇ ਰਤਨ ਗਰਭ ਮੈਂ ਰਾਖਿਆ ਜਿਨ ਕਰ ਜਤਨ। ਜਿਨ ਦੀਨੀ ਸ਼ੋਭਾ ਵਡਿਆਈ ਤਿਸ ਪ੍ਰਭ ਕੋ ਆਠ ਪਹਿਰ ਧਿਆਈ। ਰਮਈਆ ਰੇਨ ਸਾਧ ਜਨ ਪਾਵੋ। ਗੁਰ ਮਿਲ ਆਪਣਾ ਖਸਮ ਧਿਆਵੋ। ਰਹਾਉ ਜਿਨ ਕੀਤਾ ਮੂੜ ਤੇ ਭਗਤਾ। ਜਿਨ ਕੀਤਾ ਬੇਸੁਰਤ ਤੇ ਸੁਰਤ। ਜਿਸ ਪਰ ਸਾਧਨ ਮੈਂ ਨਿਧ ਪਾਈ। ਸੋ ਪ੍ਰਭ ਮਨ ਤੇ ਬਿਸਰਤ ਨਾਹੀ। ਜਿਨ ਦੀਆ ਨਿਥਾਵੈ ਕੋ ਥਾਨ। ਜਿਨ ਦੀਆ ਨਿਮਾਣੇ ਕੋ ਮਾਨ। ਜਿਨ ਕੀਨੀ ਸਭ ਪੂਰਨ ਆਸਾ। ਸਿਮਰੋ ਦਿਨ ਰੈਣ ਸਾਸ ਗਿਰਾਸਾ।
जिस बरसात माया सिलक काटी, गुर बरसात अमृत बिख खाटी। कहो नानक इस ते किछ नाही, राखण हारे का सलाही। कहो नानक इस ते किछ नाही, राखण हारे का सलाही। वाहिगुरु जी का खालसा, वाहिगुरु जी की फतेह। ये पावन शब्द गौड़ी ग्वारेरी राग अंदर पंजवें पातशाह गुरु अर्जन देव महाराज जी के पवित्र मुख तो उच्चारण होया। 177 अंग ते दर्ज है। इस शब्द की विचार प्रिंसीपल हरभजन सिंह जी, साहिबजादा जुझार सिंह गुरमत मिशनरी कॉलेज रोपड़ आप जी को सरवण करवाउणगे। एक दिन का उन्होंने समा है साढ़े पास। प्रबंधक सेवादारां वालों बहुत धन्यवाद। अमृत संचार हर ऐतवार 11 बजे हुंदा है। गुरु घर की सेवा दे विच गुरु के लंगरां वास्ते रसद, कड़ा प्रसाद की देग वास्ते देसी घ्यो, बाला साहब हॉस्पिटल वास्ते कोई भी सेवा आप जी भेज सकते हो। इमारत की सेवा जथेदार बाबा बचन सिंह जी करवा रहे हैं। घरां दे विच पंजाबी बोलिया करो, बच्चों नूं गुरमुखी पढ़ाओ ताकि साडे बच्चे गुरु ग्रंथ साहब महाराज जी दे चरनी लग सकन। हड़ पीड़ितां वास्ते निशान साहब दे कोल विशेष काउंटर बनया है। माया दे के गुरु के लंगरां वास्ते रसद दे के आप जी सेवा कर सकते हो। कुछ दिनों तो आप जी की सेवा विच रोज बेनती की जाती है कि आप राज करेगा खालसा दे संकल्प लैण वाले पूरियां वाले राजे कीते गुरु घर गुरु कलगीधर पातशाह जी दियां इन्हां बख्शिशां दे मानण वाले चौकीदारे वाले पासे चले गए। अज बड़ी सुंदर गल सुनने वास्ते प्राप्त हुई कि रोटी दो तरह के लोग खवाते ने। एक राजे होंदे ने, वो जग करते ने। एक बावरची लंगरी होंदे ने, रसोईए होंदे ने। मालक रोटी खा के पहचान कराउंदे ने कि ये स्वाद खाना इन्हां ने बनाया है।
ਉਹ ਫਿਰ ਟਿਪ ਤੋਂ ਵੱਧ ਖਾਣ ਵਾਲਿਆਂ ਦੀ ਬਖਸ਼ੀਸ਼ ਦੇ ਅਧਿਕਾਰੀ ਹੋਣ ਤੋਂ ਵੱਧ ਉਹਨਾਂ ਦਾ ਕੋਈ ਦਰਜਾ ਨਹੀਂ ਹੁੰਦਾ। ਸੋ ਮੈਂ ਸਭ ਨੂੰ ਬੇਨਤੀ ਕਰਾਂਗਾ, ਕਿਉਂਕਿ ਅੱਜ ਕੀਰਤਨ ਦਰਬਾਰ ਵੀ ਜਿਹੜੇ ਨੇ ਉਹ ਧਰਮ ਪ੍ਰਚਾਰ ਦਾ ਉਹ ਘਰ ਪੂਰਾ ਨਹੀਂ ਕਰਦੇ ਜਿਹੜੇ ਸਾਨੂੰ ਗਰੀਬ ਸਿੱਖਾਂ ਨੂੰ ਸੰਭਾਲਣ ਵਾਸਤੇ ਕਰਨੇ ਚਾਹੀਦੇ ਨੇ। ਸੋ ਆਪਾਂ ਇਸ ਪਾਸੇ ਧਿਆਨ ਦਈਏ ਕਿ ਗਰੀਬ ਲੋੜਵੰਦ ਜਿਹੜੇ ਗੁਰਸਿੱਖ ਪਰਿਵਾਰ ਨੇ, ਅਸੀਂ ਉਹਨਾਂ ਦੀ ਬਾਂਹ ਫੜੀਏ। ਕਿਉਂਕਿ ਜਦੋਂ ਆਪਾਂ ਇਹ ਕਹਿੰਦੇ ਆ ਕਿ ਗੁਰੂ ਦਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ, ਤੇ ਉੱਥੇ ਗਰੀਬ ਦੀ ਪਹਿਚਾਣ ਵੀ ਸਾਨੂੰ ਕਰਨੀ ਪੈਗੀ। ਸ਼ਰਾਬੀ, ਸਮੈਕੀਏ, ਨਸ਼ੈੜੀ, ਬਲੇਡ ਮਾਰਨ ਵਾਲੇ, ਚਾਕੂ ਛੁਰਾ ਮਾਰਨ ਵਾਲੇ ਲੋਕ, ਜੇ ਉਹਨਾਂ ਨੂੰ ਤੁਸੀਂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਹੋਗੇ, ਪਾਪ ਲੱਗੇਗਾ। ਹਾਂ, ਇਹ ਠੀਕ ਹੈ, ਸਾਨੂੰ ਉਹਨਾਂ ਦੇ ਪ੍ਰਤੀ ਵੀ ਉਹਨਾਂ ਦਾ ਇਲਾਜ ਕਰਨਾ, ਉਹਨਾਂ ਦੀ ਜ਼ਿੰਦਗੀ ਦੇ ਲਈ ਸੁਧਾਰ ਕਰਨ ਵਾਸਤੇ ਸਾਨੂੰ ਉਦਮ ਕਰਨੇ, ਉਹ ਇੱਕ ਵੱਖਰਾ ਸਿੱਖੀ ਦਾ ਸੇਵਾ ਦਾ ਪਹਿਲੂ ਹੈ। ਪਰ ਜਦੋਂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦਾ ਸਵਾਲ ਆਵੇ ਤੇ ਫਿਰ ਪਤਾ ਕਰੋ ਕਿ ਕਿਸ ਘਰ ਵਿੱਚ ਜਪਜੀ ਪੜ੍ਹਿਆ ਜਾਂਦਾ ਹੈ, ਕਿਸ ਘਰ ਵਿੱਚ ਸੁਖਮਨੀ ਪੜ੍ਹਿਆ ਜਾਂਦਾ ਹੈ, ਕਿੱਥੇ ਕੇਸ ਨੇ, ਕਿੱਥੇ ਦਸਤਾਰਾਂ ਨੇ, ਕਿੱਥੇ ਅੰਮ੍ਰਿਤ ਹੈ। ਉਹਨਾਂ ਘਰਾਂ ਤੱਕ ਸਾਡੀ ਪਹੁੰਚ ਹੋਣੀ ਚਾਹੀਦੀ ਹੈ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਨ ਨਾ ਜਾਈ। ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਨ ਨਾ ਜਾਈ। ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਵਿਖੇ ਦਸਾਂ ਪਾਤਸ਼ਾਹੀਆਂ ਦੀ ਜੋਤ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋਂ, ਅੰਮ੍ਰਿਤ ਵੇਲੇ ਤੋਂ ਹੀ ਆਪ ਜੀ ਗੁਰਬਾਣੀ ਦੇ ਨਾਲ ਜੁੜੇ ਹੋਏ ਹੋ। ਮੇਰੇ ਤੋਂ ਪਹਿਲਾਂ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਆਸਾ ਕੀ ਵਾਰ, ਜੋ ਕਿ ਮੇਰੇ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ, ਉਸ ਦਾ ਕੀਰਤਨ ਅਤੇ ਨਾਲ ਨਾਲ ਹੋਰ ਟੁਕਵੇਂ ਸ਼ਬਦਾਂ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ।
ਉਪਰੰਤ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੋਰਾਂ ਪਾਸੋਂ ਜਿਸ ਸ਼ਬਦ ਦੀ ਵਿਚਾਰ ਕਰਨੀ ਹੈ ਉਸ ਦਾ ਮੂਲ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਸਾਰੀਆਂ ਸੰਗਤਾਂ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਕੀ ਫਤਿਹ ਦੀ ਸਾਂਝ ਪਾਓ। ਸਾਰੇ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਰਾਗ ਦੀ ਇਹ ਜੋ ਗੁਆਰੇਰੀ ਹੈ, ਇਹ ਕਿਸਮ ਹੈ, ਜਿਵੇਂ ਪਹਿਲਾਂ ਵੀ ਆਪ ਜੀ ਨੇ ਵੱਖ-ਵੱਖ ਵਿਦਵਾਨਾਂ ਪਾਸੋਂ ਸਰਵਨ ਕੀਤਾ ਹੋਏਗਾ। ਅੱਜ ਦੇ ਇਸ ਸ਼ਬਦ ਦੇ ਰਹਾਉ ਵਾਲੇ ਪਦੇ ਤੋਂ ਆਪਾਂ ਵਿਚਾਰ ਆਰੰਭ ਕਰਨੀ ਹੈ। ਰਹਾਉ ਵਾਲੇ ਪਦੇ ਵਿੱਚ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਉਸ ਕਰਤੇ ਅਕਾਲ ਪੁਰਖ ਵਾਹਿਗੁਰੂ ਅੱਗੇ ਬੜੇ ਹੀ ਨਿਮਰਤਾ ਦੇ ਨਾਲ ਜੋਦੜੀ ਕਰਦੇ ਨੇ ਤੇ ਫਰਮਾਨ ਕਰਦੇ ਨੇ, ਰਮਈਆ, ਸੰਬੋਧਨ ਕੀਤਾ ਕਰਤੇ ਅਕਾਲ ਪੁਰਖ ਵਾਹਿਗੁਰੂ ਨੂੰ। ਇਹ ਰਮਈਆ ਸ਼ਬਦ ਜਿਹੜਾ ਹੈ, ਭਗਤ ਸਾਹਿਬਾਨਾਂ ਨੇ ਵੀ ਆਪਣੀ ਬਾਣੀ ਵਿੱਚ ਇਹਦੀ ਵਰਤੋਂ ਕੀਤੀ ਹੈ। ਜਿਵੇਂ ਕਿ ਅਸੀਂ ਭਗਤ ਕਬੀਰ ਜੀ ਦੇ ਬਚਨ ਪੜ੍ਹਦੇ ਹਾਂ, ਰਾਮਈਆ ਹਉ ਬਾਰਿਕ ਤੇਰਾ। ਇੱਥੇ ਵੀ ਰਮਈਆ, ਰੇਨ ਸਾਧ ਜਨ ਪਾਵੋਂ। ਗੁਰਬਾਣੀ ਵਿੱਚ ਰੇਨ ਸ਼ਬਦ ਤੇ ਦੂਜਾ ਇਹਦਾ ਬਦਲਵਾਂ ਰੂਪ ਰੈਨ ਵੀ ਆਉਂਦਾ ਹੈ, ਭਾਵੇਂ ਉਹਦੇ ਨਾਲ ਨੰਨੇ ਨੂੰ ਸਿਹਾਰੀ ਵੀ ਲੱਗੀ ਹੁੰਦੀ ਹੈ। ਕਈ ਵਾਰੀ ਅਸੀਂ ਜਦੋਂ ਗੁਰਬਾਣੀ ਨੂੰ ਧਿਆਨ ਨਾਲ ਨਹੀਂ ਪੜ੍ਹਦੇ ਤੇ ਸਾਡੇ ਕੋਲੋਂ ਕਈ ਵਾਰੀ ਰੇਨ ਦਾ ਉਚਾਰਨ ਰੈਨ ਹੋ ਜਾਂਦਾ ਹੈ ਤੇ ਰੈਨ ਦਾ ਉਚਾਰਨ ਰੇਨ ਹੋ ਜਾਂਦਾ ਹੈ। ਜਿੱਥੇ ਉਚਾਰਨ ਵਿੱਚ ਭੇਦ ਹੈ, ਉੱਥੇ ਅਰਥਾਂ ਵਿੱਚ ਤੇ ਬਹੁਤ ਹੀ ਜ਼ਿਆਦਾ ਭੇਦ ਹੈ। ਰੈਨ ਦਾ ਅਰਥ ਰਾਤ ਹੈ ਤੇ ਰੇਨ ਦਾ ਅਰਥ ਧੂੜ ਹੈ। ਤੇ ਇੱਥੇ ਮੇਰੇ ਗੁਰਦੇਵ ਪਿਤਾ ਗੁਰੂ ਅਰਜੁਨ ਦੇ ਪਿਤਾ ਜੀ ਕਰਤੇ ਅਕਾਲ ਪੁਰਖ ਵਾਹਿਗੁਰੂ ਅੱਗੇ ਜੋਦੜੀ ਕਰਦੇ ਨੇ, ਹੇ ਰਮਈਆ। ਰਮਈਆ ਦਾ ਅਰਥ ਹੈ ਜੋ ਸਾਰੀਆਂ ਥਾਵਾਂ 'ਤੇ ਰਮਿਆ ਹੋਇਆ, ਸਰਬ ਵਿਆਪਕ। ਮੈਂ ਆਪ ਜੀ ਦੇ ਪਾਸੋਂ ਇੱਕ ਦਾਤ ਮੰਗਦਾ ਹਾਂ। ਭਾਵੇਂ ਕਿ ਗੁਰਬਾਣੀ ਵਿੱਚ ਦੁਨਿਆਵੀ ਦਾਤਾਂ ਮੰਗਣ ਤੋਂ ਵੀ ਸਾਨੂੰ ਰੋਕਿਆ ਨਹੀਂ ਹੈ ਗੁਰੂ ਦੇ ਦਰ 'ਤੇ ਆ ਕੇ, ਕਿਉਂਕਿ ਆਪਾਂ ਸੰਸਾਰ ਵਿੱਚ ਰਹਿੰਦੇ ਹਾਂ, ਦੁਨੀਆ ਵਿੱਚ ਰਹਿੰਦੇ ਹਾਂ। ਉਹ ਵੀ ਪਦਾਰਥ ਜਿਹੜੇ ਨੇ ਸਾਨੂੰ ਚਾਹੀਦੇ ਨੇ, ਜਿਹੜੇ ਨਿਤਾ ਪ੍ਰਤੀ ਸਾਨੂੰ ਸਾਡੀ ਲੋੜ ਵਿੱਚ ਆਉਂਦੇ ਨੇ। ਪਰ ਸਭ ਤੋਂ ਜਿਹੜੀ ਵੱਡੀ ਦਾਤ ਹੈ, ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਨੇ ਇੱਥੇ ਹੀ ਨਹੀਂ ਬਲਕਿ ਹੋਰ ਵੀ ਕਈ ਥਾਵਾਂ 'ਤੇ ਬਚਨ ਉਚਾਰਨ ਕੀਤੇ। ਕਾਨੜਾ ਰਾਗ ਦਾ ਇੱਕ ਸ਼ਬਦ ਹੈ, ਐਸੀ ਮੰਗ ਗੋਬਿੰਦ ਤੇ। ਜੇ ਤੂੰ ਗੋਬਿੰਦ, ਇੱਥੇ ਰਮਈਆ ਤੇ ਉੱਥੇ ਗੋਬਿੰਦ ਅਕਾਲ ਪੁਰਖ ਵਾਸਤੇ ਕਹਿੰਦੇ ਨੇ, ਜੇ ਤੂੰ ਮੰਗਣ ਆ ਹੀ ਗਿਆ ਉਹਦੇ ਦਰ 'ਤੇ ਤੇ ਇਹੋ ਜਿਹੀ ਮੰਗ ਮੰਗੀ, ਐਸੀ ਮੰਗ ਗੋਬਿੰਦ ਤੇ। ਭਾਵ ਤੇਰੀ ਪਹਿਲੀ ਮੰਗ ਜਿਹੜੀ ਹੈ ਉਹ ਇਹ ਹੋਣੀ ਚਾਹੀਦੀ ਹੈ। ਕਿਹੜੀ? ਟਹਿਲ ਸੰਤਨ ਕੀ ਸੰਗ ਸਾਧੂ ਕਾ, ਹਰ ਨਾਮਾ ਜਪ ਪਰਮ ਗਤੇ। ਗੁਰਮੁਖ ਪਿਆਰਿਆਂ ਦੀ ਟਹਿਲ ਸੇਵਾ ਕਰਨੀ, ਉਹਨਾਂ ਦੇ ਵਿੱਚ ਬੈਠਣਾ। ਜੇ ਉਹ ਗੁਰਬਾਣੀ ਨੂੰ ਪੜ੍ਹਦੇ ਨੇ, ਕੀਰਤਨ ਕਰਦੇ ਨੇ, ਗੁਰਬਾਣੀ ਦੀ ਕਥਾ ਕਰਦੇ ਨੇ, ਵਿਚਾਰ ਕਰਦੇ ਨੇ, ਉਹਨੂੰ ਬੜੇ ਧਿਆਨ ਨਾਲ ਸੁਣਨਾ। ਹੋਰ ਵੀ ਸੇਵਾਵਾਂ ਦੀ ਲੋੜ ਜੋ ਪੈਂਦੀ ਉਹ ਵੀ ਕਰਨੀ। ਸੰਗ ਸਾਧੂ ਕਾ, ਇੱਥੇ ਸਾਧੂ ਗੁਰੂ ਵਾਸਤੇ ਆਇਆ ਹੈ। ਗੁਰੂ ਦਾ ਸੰਗ ਕਰਨਾ
ਤੇ ਗੁਰੂ ਦਾ ਸੰਗ ਪ੍ਰਾਪਤ ਕਰਕੇ ਹਰ ਨਾਮਾ ਜਪ, ਹਰੀ ਦੇ ਨਾਮ ਦਾ ਜਪ ਕਰਕੇ ਪਰਮ ਗਤੇ, ਪਰਮ ਦਾ ਅਰਥ ਹੈ ਮਹਾਨ, ਤੇ ਗਤੇ ਦਾ ਅਰਥ ਹੈ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਏਗੀ। ਇੱਥੇ ਵੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਰਮਈਆ ਰੇਨ ਸਾਧ ਜਨ ਪਾਵੋਂ। ਸਾਧ ਜਨ ਜਿਵੇਂ ਸੰਤਨ ਸ਼ਬਦ ਬਹੁਵਚਨ, ਇਸੇ ਤਰ੍ਹਾਂ ਇੱਥੇ ਸਾਧ ਜਨ ਵੀ ਬਹੁਵਚਨ ਹੈ। ਗੁਰਮੁਖ ਜਨਾਂ ਦੀ ਗੱਲ ਕੀਤੀ। ਮੈਂ ਆਪ ਜੀ ਦੇ ਦਰ ਦੇ ਜੋ ਪਿਆਰੇ ਗੁਰਸਿੱਖ ਨੇ, ਗੁਰਮੁਖ ਨੇ, ਸਾਧ ਜਨ ਨੇ, ਸੰਤ ਜਨ ਨੇ, ਹਰ ਜਨ ਨੇ, ਮੈਂ ਉਹਨਾਂ ਦੀ ਧੂੜ ਜਿਹੜੀ ਹੈ ਉਹ ਪਾ ਲਵਾਂ, ਪ੍ਰਾਪਤ ਕਰ ਲਵਾਂ। ਹੁਣ ਗੁਰਬਾਣੀ ਅੰਦਰ ਧੂੜ ਸ਼ਬਦ ਜਿਹੜਾ ਬਹੁਤੀ ਥਾਈਂ ਤੇ ਇਹ ਨਿਮਰਤਾ ਦਾ ਸੂਚਕ ਹੀ ਹੈ, ਨਿਮਰਤਾ ਵਾਸਤੇ ਹੀ ਆਇਆ ਹੈ, ਕਿਉਂਕਿ ਧੂੜ ਸਰੀਰ ਦਾ ਸਭ ਤੋਂ ਜਿਹੜਾ ਸਾਡਾ ਨੀਵੇਂ ਅੰਗ ਨੇ ਉਹ ਨੇ ਪੈਰ। ਪੈਰਾਂ ਦੇ ਥੱਲੇ ਜੇ ਅਸੀਂ ਨੰਗੇ ਪੈਰੀ ਤੁਰਦੇ ਹਾਂ ਤਾਂ ਵੀ ਸਾਨੂੰ ਫਰਸ਼ ਉੱਤੇ ਜਾਂ ਬਾਹਰ ਕੱਚੇ ਰਸਤਿਆਂ ਉੱਤੇ ਪੈਰਾਂ ਦੇ ਸਾਡੇ ਮਿੱਟੀ ਲੱਗਦੀ ਹੈ, ਉਹ ਥੱਲੇ ਹੁੰਦੀ ਹੈ ਧੂੜ। ਤੇ ਭਾਵੇਂ ਕਿਸੇ ਨੇ ਜੋੜੇ ਪਾਏ ਹੋਣ, ਫਿਰ ਜੋੜਿਆਂ ਦੇ ਥੱਲੇ ਉਹ ਮਿੱਟੀ ਲੱਗੀ ਹੁੰਦੀ ਹੈ। ਯਾਦ ਰੱਖਿਓ, ਇਹ ਨਿਮਰਤਾ ਦਾ ਪ੍ਰਤੀਕ ਹੈ। ਤੇ ਇਹ ਹੀ ਧੂੜ ਸ਼ਬਦ ਜਿਹੜਾ ਹੈ ਗੁਰਬਾਣੀ ਵਿੱਚ ਵਿਕਾਰਾਂ ਵਾਸਤੇ ਵੀ ਵਰਤਿਆ ਗੁਰਦੇਵ ਪਿਤਾ ਜੀ ਨੇ। ਜਿਹਦੇ ਕੱਲਾ ਧੂੜ ਆਏਗਾ ਨਾ, ਜਿਹਦੇ ਸਾਧ ਜਨ ਨਹੀਂ ਆਏਗਾ, ਮੋਕੋ ਕਰ ਸੰਤਨ ਕੀ ਧੂਰੇ ਨਹੀਂ ਆਏਗਾ। ਸਤਿਗੁਰਾਂ ਦੇ ਬਚਨ ਨੇ, ਗੁਰਮਤ ਸਾਚੀ ਹੁਜਤ ਦੂਰ। ਜਦੋਂ ਗੁਰੂ ਦੀ ਮੱਤ ਸੱਚੀ ਹਿਰਦੇ 'ਚ ਆ ਕੇ ਵਸ ਜਾਂਦੀ ਹੈ ਨਾ, ਅਸ਼ਰਧਾ ਜਿਹੜੀ ਉੱਥੋਂ ਦੂਰ ਚਲੀ ਜਾਂਦੀ ਹੈ। ਉੱਥੇ ਭਾਵ ਸ਼ਰਧਾ ਪੈਦਾ ਹੋ ਜਾਂਦੀ ਹੈ। ਹੁਜਤਾਂ ਕਰਨੀਆਂ। ਬਹੁਤ ਸਿਆਣਪ ਲਾਗੈ ਧੂਰ। ਆਪਣੀ ਸਿਆਣਪ ਕੇਵਲ ਵਰਤਨ ਦੇ ਨਾਲ ਵਿਕਾਰਾਂ ਦੀ ਧੂੜ ਹੀ ਲੱਗਦੀ ਹੈ। ਪਰ ਇੱਥੇ ਧੂੜ ਤੋਂ ਭਾਵ ਹੈ ਜਿੱਥੇ ਗੁਰਮੁਖ ਜਨ ਜਾਂਦੇ ਨੇ, ਜਿੱਥੇ ਉਹ ਆਪਣੇ ਚਰਨ ਪਾਉਂਦੇ ਨੇ, ਮੈਂ ਉਹਨਾਂ ਦੀ ਸੰਗਤ ਵਿੱਚ ਬੈਠਾਂ, ਮੈਂ ਉਹਨਾਂ ਦੀ ਸੰਗਤ ਪ੍ਰਾਪਤ ਕਰਾਂ। ਜਦੋਂ ਦੀਵਾਨ ਦੀ ਸਮਾਪਤੀ ਹੋਵੇਗੀ, ਭਾਈ ਸਾਹਿਬ ਜੀ ਨੇ ਅਰਦਾਸ ਕਰਨੀ ਹੈ, ਤੇ ਅਰਦਾਸ ਦੀ ਜਿਹੜੀ ਅਖੀਰਲੀ ਸ਼ਬਦਾਵਲੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੋਂ ਪਹਿਲਾਂ ਜਿੰਨੇ ਵੀ ਗੁਰੂ ਘਰ ਦੇ ਅਰਦਾਸੀਏ ਅਰਦਾਸ ਕਰਦੇ ਨੇ, ਉਹ ਇਹੀ ਅਰਦਾਸ ਕਰਦੇ ਨੇ ਪਹਿਲਾਂ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਉਹਨਾਂ ਦਾ ਮਿਲਾਪ ਕਰਵਾਈ, ਜਿਨ੍ਹਾਂ ਨੂੰ ਮਿਲਿਆ, ਜਿਨ੍ਹਾਂ ਦੇ ਨਾਲ ਗੱਲਬਾਤ ਕਰਿਆ, ਗੁਰੂ ਦੀ ਮੱਤ ਚੇਤੇ ਆਵੇ, ਤੇਰੇ ਗੁਣ ਚੇਤੇ ਆਉਣ, ਤੇਰਾ ਨਾਮ ਚੇਤੇ ਆਵੇ। ਹੁਣ ਇੱਥੇ ਸਾਧ ਸ਼ਬਦ ਗੁਰੂ ਸਾਹਿਬ ਜੀ ਨੇ ਵਰਤਿਆ। ਹੁਣ ਇਹ ਕਿਵੇਂ ਪਹਿਚਾਨ ਕੀਤੀ ਜਾਵੇ ਕਿ ਇਹ ਸਾਧ ਜਨ ਨੇ, ਜਾਂ ਇਹ ਗੁਰਮੁਖ ਹੈ, ਇਹ ਸਾਧ ਹੈ, ਕਿ ਇਹ ਅਸਾਧ ਹੈ, ਕਿ ਇਹ ਸੰਤ ਹੈ, ਕਿ ਇਹ ਅਸੰਤ ਹੈ। ਗੁਰਬਾਣੀ ਵਿੱਚ ਅਸੰਤ ਸ਼ਬਦ ਵੀ ਆਇਆ, ਅਸੰਤ ਅਨਾੜੀ। ਇੱਕ ਤੇ ਸਾਡੇ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਅਸੀਂ ਭੱਟ ਸਾਹਿਬਾਨਾਂ ਦੇ ਜਦੋਂ ਸਵਈਏ ਪੜ੍ਹਦੇ ਹਨ, ਧੰਨ ਗੁਰੂ ਅਮਰਦਾਸ ਪਿਤਾ ਜੀ ਦੀ ਉਪਮਾ ਕਰਦਿਆਂ ਹੋਇਆਂ ਭੱਟ ਭਿੱਖਾ ਜੀ ਜਿਹੜੇ ਨੇ, ਉਹਨਾਂ ਨੇ ਆਪਣੀ ਜੋ ਜੀਵਨ ਦੇ ਅੰਦਰ ਜਿਹੜਾ ਤਜਰਬਾ ਹੈ ਉਹ ਸਾਂਝਾ ਕੀਤਾ ਸਾਡੇ ਨਾਲ। ਕਹਿੰਦੇ ਨੇ ਕੋਈ ਗੱਲ ਨਹੀਂ, ਜੇ 1 ਸਾਲ ਸਮਾਂ ਕੁਰਬਾਨ ਵੀ ਕਰਨਾ ਪੈ ਜਾਏ ਭਾਲ ਕਰਦਿਆਂ ਕਰਦਿਆਂ, ਤੇ ਕੋਈ ਗੱਲ ਨਹੀਂ। ਇਹ ਟੋਟੇ ਵਾਲਾ ਸੌਦਾ ਨਹੀਂ ਹੈ, ਘਾਟੇ ਵਾਲਾ ਸੌਦਾ ਨਹੀਂ ਹੈ। ਕਹਿੰਦੇ ਨੇ ਲਾਹੇ ਵਾਲਾ ਹੀ ਹੈ। ਪਰਖ ਤੇ ਕਰਨੀ ਚਾਹੀਦੀ ਹੈ ਨਾ। ਤੇ ਪਰਖ ਕਿਵੇਂ ਹੁੰਦੀ ਹੈ, ਪਤਾ ਕਿਵੇਂ ਲੱਗੇ ਵੀ ਇਹ ਸਾਧ ਹੈ, ਇਹ ਅਸਾਧ ਹੈ, ਇਹ ਗੁਰਮੁਖ ਹੈ, ਇਹ ਮਨਮੁਖ ਹੈ। ਇੱਕ ਆਮ ਪ੍ਰਚਲਿਤ ਕਹਾਵਤ ਹੈ ਸਾਡੀ ਪੰਜਾਬੀ ਵਿੱਚ, ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ। ਕਿਸੇ ਦੇ ਨਾਲ ਰਸਤੇ ਤੇ ਤੁਸੀਂ ਤੁਰੋ ਜਾਂ ਸਫ਼ਰ ਕਰੋ ਕਾਫੀ ਲੰਮਾ, ਤੇ ਗੱਲੀ ਬਾਤੀ ਪਤਾ ਚੱਲ ਜਾਂਦਾ ਇਹ ਬੰਦਾ ਕਿਹੋ ਜਿਹਾ ਜਾਂ ਮੈਂ ਕਿਹੋ ਜਿਹਾ ਵਾਂ। ਉਹ ਮੇਰੀ ਪਰਖ ਕਰ ਲੈਂਦੇ ਨੇ, ਮੈਂ ਉਹਨਾਂ ਦੀ ਪਰਖ ਕਰ ਲੈਂਦਾ ਹਾਂ। ਜਾਂ ਫਿਰ ਲੈਣ ਦੇਣ ਪੱਖੋਂ ਕਿਸੇ ਨਾਲ ਵਾਹ ਪੈ ਜਾਏ, ਉਦੋਂ ਪਤਾ ਚੱਲਦਾ ਹੈ।
ਤੇ ਉੱਥੇ ਭੱਟ ਸਾਹਿਬਾਨ ਜੀ ਨੇ ਅਸਾਧ ਸ਼ਬਦ ਵੀ ਵਰਤਿਆ, ਸੰਤ ਸ਼ਬਦ ਵੀ ਵਰਤਿਆ, ਸੰਨਿਆਸੀ ਸ਼ਬਦ ਵੀ ਵਰਤਿਆ, ਹੋਰ ਵੀ ਸ਼ਬਦ ਵਰਤੇ ਨੇ। ਤੇ ਕਹਿੰਦੇ ਨੇ 1 ਸਾਲ ਪੂਰਾ ਮੈਂ ਇਹਨਾਂ ਨਾਲ ਰਿਹਾ, ਪਰ ਮੇਰੇ ਮਨ ਨੂੰ ਪ੍ਰਚਾ ਨਹੀਂ ਸਕੇ। ਕਾਰਨ ਕੀ ਸੀ? ਕਹਿੰਦੇ ਨੇ ਮੂੰਹ ਤੋਂ ਗੱਲਾਂ ਬੜੀਆਂ ਮਿੱਠੀਆਂ ਕਰਦੇ, ਜਿਵੇਂ ਬਾਬਾ ਫਰੀਦ ਜੀ ਉਚਾਰਨ ਕਰਦੇ ਨੇ। ਬਾਬਾ ਜੀ ਦਾ ਬਚਨ ਆਉਂਦਾ ਨਾ, ਫਰੀਦਾ ਕੰਨ ਮੁਸੱਲਾ, ਦਿਲ ਕਾਤੀ ਗੁੜਵਾਤ, ਅੰਦਰ ਦਿਸੈ ਚਾਨਣਾ। ਤੇ ਕਹਿੰਦੇ ਨੇ ਮੂੰਹ ਵਿੱਚੋਂ ਤੇ ਇੰਨੀਆਂ ਮਿੱਠੀਆਂ ਗੱਲਾਂ ਕਰਦੇ ਨੇ ਜਿਵੇਂ ਅਸੀਂ ਗੁੜ ਖਾਂਦੇ ਆ ਨਾ, ਗੁੜਵਾਤ, ਵਾਤ ਮੈਨੇ ਮੂੰਹ ਵਿੱਚ ਜਿਵੇਂ ਗੁੜ ਹੋਵੇ। ਪਰ ਜਦੋਂ ਉਹਨਾਂ ਦੀ ਰਹਿਤ ਬਹਿਤ ਵੱਲ ਵੇਖਿਆ ਤੇ ਫਿਰ ਵੀ ਕਹਿੰਦੇ ਕੁਝ ਨੇ ਤੇ ਕਰਦੇ ਕੁਝ ਨੇ। ਯਾਦ ਰੱਖਣਾ, ਸਤਿਗੁਰਾਂ ਨੇ ਬਾਣੀ ਅੰਦਰ ਵਾਰ-ਵਾਰ ਇਹ ਸਾਨੂੰ ਗੱਲ ਦ੍ਰਿੜ ਕਰਵਾਈ ਹੈ, ਜਿੱਥੇ ਕਰਨੀ ਹੈ ਉੱਥੇ ਪੂਰਨ ਤੌਰ ਤੇ ਗੁਰੂ ਦੀ ਮੱਤ ਵਰਤਦੀ ਹੈ। ਜਹਾਂ ਕਰਨੀ ਤਹਾਂ ਪੂਰੀ ਮੱਤ, ਕਰਨੀ ਬਾਝੋਂ ਘੱਟੇ ਘੱਟ। ਤੇ ਮਨਮੁਖਾਂ ਦੇ ਬਾਰੇ ਜ਼ਿਕਰ ਕੀਤਾ, ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ। ਜਿਹੜੇ ਮਨਮੁਖ ਨੇ ਉਹਨਾਂ ਦੇ ਕੋਲ ਕੇਵਲ ਗੱਲਾਂ ਹੀ ਗੱਲਾਂ ਹੁੰਦੀਆਂ ਨੇ, ਰਹਿਤ ਦਮ ਦੀ ਕੋਈ ਚੀਜ਼ ਹੀ ਕੋਈ ਨਹੀਂ। ਤੇ ਇੱਥੇ ਫਿਰ ਭੱਟ ਸਾਹਿਬਾਨ ਨੇ ਜੋ ਬਚਨ ਕੀਤੇ, ਕਹਿੰਦੇ ਨੇ ਰਹਿਓ ਸੰਤ ਹੋਂ ਟੋਲ, ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸੀ ਮੁਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋਂ ਫਿਰਿਓ ਕਿਨੇ ਨਾ ਪਰਚੋ ਲਾਇਓ, कहत्या कहती सुनी रहत को खुशी ना आयो, हर नाम छोड़ दूजे लगे तिनके गुण हो क्या कहो, गुर दई मिलायो भिखिया जिव तू रखें तिव रहो। मेरे उत्ते तुसी गुरु अमरदास पिता जी कृपा कीती। हालांकि गुरु अमरदास जी ते पहला ज्योति जो समा चुके ने। गुरु अर्जुन देव पिता दी वितों ही गुरु नानक, गुरु अंगद साहब जी, गुरु अमरदास जी, गुरु रामदास पिता जी ਦੇ ਦਰਸ਼ਨ ਹੋ ਰਹੇ ਨੇ ਭੱਟ ਸਾਹਿਬਾਨਾਂ ਨੂੰ। ਕਹਿੰਦੇ ਨੇ ਉਹਨਾਂ ਦੀ ਮੈਂ ਗੱਲ ਹੀ ਕੀ ਕਰਾਂ, ਜਿਹੜੇ ਗੁਰਮਤ ਨੂੰ ਛੱਡ ਕੇ, ਪ੍ਰਮਾਤਮਾ ਦੇ ਨਾਮ ਨੂੰ ਛੱਡ ਕੇ ਦੂਜੇ ਪਾਸੇ ਲੱਗੇ ਹੋਏ ਨੇ। ਇਸ ਲਈ ਪਰਖ ਕਰਨੀ ਲਾਜ਼ਮੀ ਹੈ ਗੁਰੂ ਕੇ ਪਿਆਰ ਵਾਲਿਓ। ਭਾਈ ਮੱਖਣ ਸ਼ਾਹ ਜੀ ਨੇ ਵੀ ਤੇ ਪਰਖ ਕੀਤੀ ਸੀ ਨਾ, ਵੀ ਗੁਰੂ ਤੇ ਇੱਕ ਹੈ ਤੇ ਇੱਥੇ ਤੇ ਕਿੰਨੀਆਂ ਮੰਜੀਆਂ ਡਾਹ ਕੇ ਬਹਿ ਗਏ ਨੇ। ਵੇਖਣਾ ਤੇ ਪਵੇਗਾ ਨਾ, ਸਾਰੇ ਤੇ ਹੋ ਨਹੀਂ ਸਕਦੇ। ਗੁਰੂ ਤੇ ਸ਼ੁਰੂ ਤੋਂ ਇੱਕ ਹੀ ਰਿਹਾ ਤੇ ਇੱਕ ਹੀ ਰਹੇਗਾ। ਇਹ ਤੇ ਹੈ ਨਹੀਂ ਕਿ ਇੱਥੇ 22 ਜਾਂ ਘੱਟ ਵੱਧ ਇਸ ਤੋਂ ਮੰਜੀਆਂ ਵਾਲੇ ਸਾਰੇ ਹੀ। ਤੇ ਉੱਥੇ ਉਹਨਾਂ ਨੇ ਆਪਣੇ ਢੰਗ ਦੇ ਨਾਲ ਪਰਖ ਕੀਤੀ ਤੇ ਫਿਰ ਪਤਾ ਲੱਗਾ, ਫਿਰ ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਕੋਠੇ ਤੇ ਚੜ੍ਹ ਕੇ ਭਾਈ ਮੱਖਣ ਸ਼ਾਹ ਨੇ ਕਿਹਾ, ਇਹ ਜਿਨ੍ਹਾਂ ਨੂੰ ਮੱਥੇ ਟੇਕੀ ਜਾਂਦੇ ਹੋ ਇਹ ਤੇ ਐਵੇਂ ਹੀ ਨੇ। ਗੁਰੂ ਤੇ ਆ ਗੁਰੂ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ। ਇਸ ਲਈ ਭਾਵੇਂ 1 ਸਾਲ ਕਿਸੇ ਨਾਲ ਸਮਾਂ ਰਹਿਣਾ ਪਵੇ, ਪਰਖ ਜ਼ਰੂਰ ਕਰ ਲੈਣੀ ਚਾਹੀਦੀ ਹੈ। ਤੇ ਜਦੋਂ ਗੁਰਮਤ ਦੇ ਸਾਡੇ ਮਹਾਨ ਵਿਆਖਿਆਕਾਰ ਗੁਰੂ ਅਰਜਨ ਦੇ ਪਿਤਾ ਜੀ ਦੇ ਰਿਸ਼ਤੇ ਵਿੱਚੋਂ ਮਾਮਾ ਜੀ ਲੱਗਦੇ ਨੇ, ਪਰ ਸੇਵਕ ਬਣ ਕੇ ਉਹਨਾਂ ਨੇ ਜੀਵਨ ਜੀਵਿਆ। ਭਾਈ ਸਾਹਿਬ ਭਾਈ ਗੁਰਦਾਸ ਜੀ, ਉਹਨਾਂ ਦਾ ਇੱਕ ਕਵਿਤ ਹੈ। ਉਸ ਕਵਿਤ ਵਿੱਚ ਵੀ ਸਾਧ ਅਤੇ ਅਸਾਧ ਦੀ ਕਿਵੇਂ ਪਰਖ ਕੀਤੀ ਜਾਏ, ਜਿਨ੍ਹਾਂ ਦੀ ਮੇਰੇ ਗੁਰਦੇਵ ਪਿਤਾ ਜੀ ਨੇ ਚਰਨ ਧੂੜ ਮੰਗੀ ਹੈ। ਭਾਈ ਸਾਹਿਬ ਨੇ ਕੁਝ ਉਦਾਹਰਨਾਂ ਦਿੱਤੀਆਂ ਨੇ। ਭਾਈ ਸਾਹਿਬ ਦੇ ਸਮਝਾਉਣ ਦਾ ਤਰੀਕਾ ਆਪਣਾ ਹੈ, ਭਾਵੇਂ ਉਹਨਾਂ ਦੇ ਕਵਿਤ ਪੜ੍ਹੀਏ, ਭਾਵੇਂ ਉਹਨਾਂ ਦੇ ਸਵਈਏ ਪੜ੍ਹੀਏ, ਭਾਵੇਂ ਉਹਨਾਂ ਦੀਆਂ ਵਾਰਾਂ ਦੀਆਂ ਪੌੜੀਆਂ ਪੜ੍ਹੀਏ। ਭਾਈ ਸਾਹਿਬ ਜੀ ਨੇ ਉੱਥੇ ਜ਼ਿਕਰ ਕੀਤਾ, ਕਹਿੰਦੇ ਨੇ ਜਿਵੇਂ ਬਰੀਕ ਚੀਨੀ, ਪੀਸੀ ਹੋਈ ਚੀਨੀ ਤੇ ਆਟਾ ਪਿਆ ਹੋਵੇ ਨਾ, ਤੇ ਪਤਾ ਨਹੀਂ ਲੱਗਦਾ ਬਰੀਕ ਕੀ ਚੀਨੀ ਕਿਹੜੀ ਹੈ ਤੇ ਆਟਾ ਕਿਹੜਾ ਹੈ। ਫਿਰ ਕੀ ਕੀਤਾ ਜਾਵੇ ਪਰਖ ਕਰਨ ਵਾਸਤੇ? ਕਹਿੰਦੇ ਨੇ ਥੋੜ੍ਹਾ ਜਿਹਾ ਲਿਓ ਹੱਥ ਵਿੱਚ ਤੇ ਜ਼ੁਬਾਨ ਤੇ ਰੱਖ ਲਓ, ਪਤਾ ਚੱਲ ਜਾਏਗਾ, ਭੁਲੇਖਾ ਨਹੀਂ ਪਵੇਗਾ। ਜੈਸੇ ਚੂਨੋ ਖਾਂਡ ਸਵੇਤ ਏਕ ਸੇ ਦਿਖਾਈ, ਦੇਤ ਪਾਈਏ ਤੋ ਸਵਾਦ ਰਸ ਰਸਨਾ ਕੈ ਚਾਖੀਐ। ਦੂਜੀ ਮਿਸਾਲ ਦਿੱਤੀ, ਆ ਕਈ ਵਾਰੀ ਜਿਵੇਂ ਕਹਿੰਦੇ ਨੇ ਹਰ ਚੀਜ਼ ਚਮਕਦੀ ਜਿਹੜੀ ਹੈ ਉਹ ਸੋਨਾ ਨਹੀਂ ਹੁੰਦੀ। ਆਪਾਂ ਵੇਖਦੇ ਹਾਂ ਇੱਥੇ ਸੋਨਾ ਵੀ ਹੋਏਗਾ, ਇੱਥੇ ਪਿੱਤਲ ਵੀ ਸੋਨੇ ਵਾਂਗੂ ਚਮਕਦਾ ਹੈ। ਪਰਖ ਕਰਨੀ ਔਖੀ ਹੈ ਮੇਰੇ ਵਾਸਤੇ, ਖਾਸ ਕਰਕੇ ਤੁਹਾਡੇ ਸਾਰਿਆਂ ਵਾਸਤੇ।
ਹੁਣ ਜੇ ਆਪਾਂ ਪਿੱਤਲ ਨੂੰ ਸੋਨਾ ਕੋਈ ਕਹੀ ਜਾਂਦਾ ਜਾਂ ਕੋਈ ਸੋਨੇ ਨੂੰ ਪਿੱਤਲ ਕਹੀ ਜਾਂਦਾ ਹੈ, ਕੇਵਲ ਉਹਦਾ ਰੰਗ ਵੇਖ ਕੇ ਐਵੇਂ ਝਗੜਾ ਕਿਉਂ ਕਰਦੇ ਆ? ਸੁਨਿਆਰੇ ਕੋਲ ਕਿਉਂ ਨਹੀਂ ਜਾਂਦੇ? ਕਸਵੱਟੀ ਤੇ ਕਿਉਂ ਨਹੀਂ ਪਰਖ ਕਰ ਲੈਂਦੇ? ਆਪਾਂ ਐਵੇਂ ਲੜੀ ਜਾਂਦੇ ਆ ਸੋਨਾ ਹੈ ਜੀ, ਉਹ ਕਹਿੰਦਾ ਪਿੱਤਲ ਹੈ ਜੀ। ਨਾ ਲੜੋ, ਪਰਖ ਕਰ ਲੋ। ਜੈਸੇ ਪੀਤ ਬਰਨ ਹੇਮ ਅਰ ਪੀਤਰ ਹੈ, ਜਾਨੀਏ ਮਹਤ ਪਾਰ ਖਦਰ ਅਗਰ ਰੱਖੀਐ। ਪਾਰਖੂ ਦੇ ਕੋਲ ਲੈ ਜਾਓ, ਉਹਨੇ ਥੋੜੇ ਸਮੇਂ ਵਿੱਚ ਹੀ ਤੁਹਾਨੂੰ ਦੱਸ ਦੇਣਾ, ਲੜੋ ਨਾ ਬਾਈ, ਆ ਸੋਨਾ ਹੀ ਹੈ, ਇਹਦੀ ਚਮਕ ਭਾਵੇਂ ਘਟ ਗਈ, ਜਾਂ ਇਹ ਪਿੱਤਲ ਹੈ ਭਾਵੇਂ ਚਮਕਦਾ ਜ਼ਿਆਦਾ ਪਿਆ ਹੈ। ਕਸਵੱਟੀ ਤੇ ਲਾਇਆ। ਗੱਲ ਤੇ ਇਹ ਹੈ, ਤੇ ਸਾਡੇ ਵਾਸਤੇ ਕਸਵੱਟੀ ਗੁਰੂ ਕੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਆਪਾਂ ਰੋਜ਼ ਪੜ੍ਹਦੇ ਹਾਂ, ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਦੇ ਹਾਂ, ਇਹ ਸਾਰੀ ਕਸਵੱਟੀ ਤੇ ਹੈ। ਤੇ ਰੋਜ਼ ਪਾਠ ਕਰਨ ਦਾ ਮਤਲਬ ਕੀ ਹੈ? ਆਪਣੇ ਜੀਵਨ ਨੂੰ ਕਸਵੱਟੀ ਤੇ ਪਰਖਣਾ। ਮੈਂ ਰੋਜ਼ ਪੜ੍ਹਦਾ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੇ ਪਾਲ। ਕਿੰਨਾ ਕੁ ਸਚਿਆਰ ਬਣਿਆ ਹਾਂ ਮੈਂ? ਬਾਣੀ ਪੜ੍ਹਨੀ ਹੈ ਤੇ ਆਪਣੀ ਪਰਖ ਵੀ ਕਰਨੀ ਹੈ। ਮੈਂ ਕਿੱਥੇ ਖੜਾ ਸੀ ਤੇ ਇੰਨਾ ਚਿਰ ਹੋ ਗਿਆ ਬਾਣੀ ਪੜ੍ਹਦੇ ਹਾਂ, ਇੰਨੀ ਚਿਰ ਹੋ ਗਿਆ ਸੰਗਤ ਕਰਦੇ ਹਾਂ, ਕੀ ਮੇਰੇ ਜੀਵਨ ਅੰਦਰ ਕੋਈ ਬਦਲਾਅ ਆਇਆ ਕਿ ਨਹੀਂ ਆਇਆ? ਭਾਈ ਸਾਹਿਬ ਨੇ ਤੀਜੀ ਮਿਸਾਲ ਦਿੱਤੀ, ਜੈਸੇ ਕਊਆ ਕੋਕਲਾ ਹੈ, ਦੋਨੋਂ ਖੱਗ ਸਿਆਮ ਤਨ। ਸਿਆਮ ਮੈਨੇ ਕਾਲਾ ਰੰਗ ਹੁੰਦਾ ਹੈ। ਕਾਂ, ਕਈ ਕਾਵਾਂ ਦੇ ਖੰਭ ਬਿਲਕੁਲ ਕਾਲੇ ਹੁੰਦੇ ਨੇ, ਕਈਆਂ ਦੇ ਥੋੜੇ ਪੂਰੇ ਕਾਲੇ ਨਹੀਂ ਨਾ ਹੁੰਦੇ, ਆਮ ਪਹਾੜੀ ਕਾਂ ਹੁੰਦੇ ਨੇ ਪੂਰੇ ਕਾਲੇ ਹੁੰਦੇ ਨੇ। ਤੇ ਨਾਲ ਕੋਇਲ ਵੀ ਕਾਲੀ ਹੁੰਦੀ ਹੈ। ਕਈ ਵਾਰੀ ਕਿਸੇ ਕਾਂ ਦੇ ਅਦੇ ਆਕਾਰ ਉਹਦਾ ਛੋਟਾ ਹੋਵੇ ਤੇ ਬੈਠੇ ਹੋਣ ਕਿਸੇ ਟਹਿਣੀ ਉੱਤੇ, ਇੱਕ ਪਾਸੇ ਕੋਇਲ ਬੈਠੀ ਹੋਵੇ, ਇੱਕ ਪਾਸੇ ਕਾਂ ਬੈਠਾ ਹੋਵੇ, ਤੇ ਦੋ ਬੰਦੇ ਆਪਸ 'ਚ ਬਹਿਸ ਕਰੀ ਜਾਣ। ਉਹ ਕਵੇ ਨਹੀਂ ਉਹ ਕੋਇਲ ਹੈ, ਉਹ ਕਹਿੰਦਾ ਨਹੀਂ ਇਹ ਕਾਂ ਹੈ, ਕਾਂ ਨੂੰ ਕੋਇਲ ਤੇ ਕੋਇਲ ਨੂੰ ਕਾਂ ਕਵੇ। ਨਹੀਂ, ਕਹਿੰਦੇ ਨੇ ਬੈਠੋ ਥੋੜੀ ਦੇਰ ਬਾਅਦ ਪਤਾ ਚੱਲ ਜਾਏਗਾ। ਬੂਝੀਐ ਅਸ਼ੁਭ ਸ਼ੁਭ ਸ਼ਬਦ ਸੁਭਾਖੀ ਹੈ। ਤੁਹਾਨੂੰ ਪਤਾ ਚੱਲ ਜਾਏਗਾ ਵੀ ਜਿਹੜਾ ਚੰਗਾ ਕਾਂ ਕਾਂ, ਅਸੀਂ ਜੇ ਕੋਈ ਬਹੁਤਾ ਰੋਲਾ ਪਾਵੇ ਇਹਨੂੰ ਕਾਵਾਂ ਰੋਲੀ ਕਹਿੰਦੇ ਨੇ, ਕੀ ਕਾਂ ਕਾਂ ਲਾਈ ਹੋਈ ਹੈ। ਕੋਇਲ ਤੇ ਆਵਾਜ਼ ਸਾਨੂੰ ਅੰਬਾਂ ਦੀ ਰੁੱਤ ਨੂੰ ਚਲੀ ਗਈ ਹੈ। ਬੂਰ ਪੈਣ ਤੋਂ ਲੈ ਕੇ ਅੰਬ ਪੱਕਣ ਤੱਕ ਜਿੱਥੇ ਬਾਗ ਹੁੰਦੇ ਨੇ, ਕੋਕਿਲ ਹੋਵਾਂ ਅੰਬ ਵਸਾਂ, ਤੇ ਕੋਇਲ ਬੋਲਦੀ ਹੈ ਤੇ ਬੜੀ ਉਹਦੀ ਆਵਾਜ਼ ਮਿੱਠੀ ਵੀ ਲੱਗਦੀ ਹੈ। ਤੇ ਭਾਈ ਸਾਹਿਬ ਨੇ ਅਖੀਰ ਤੇ ਜਾ ਕੇ ਜੋ ਸਿਧਾਂਤ ਦੀ ਗੱਲ ਕੀਤੀ, ਤੈਸੇ ਹੀ ਅਸਾਧ ਸਾਧ ਚਿਹਨ ਕੇ ਸਮਾਨ ਹੋਤ। ਅਸਾਧ ਮੈਨੇ ਜੋ ਗੁਰਮੁਖ ਨਹੀਂ ਹੈ, ਸਾਧ ਮੈਨੇ ਗੁਰਮੁਖ ਜਿਹਨੇ ਮਨ ਨੂੰ ਸਾਧ ਲਿਆ। ਚਿਹਨ ਉਹਦਾ ਬਾਹਰਲੀ ਪਹਿਰਾਵਾ, ਉਹਦੀਆਂ ਹੋਰ ਨਿਸ਼ਾਨੀਆਂ ਹੋ ਸਕਦਾ ਹੈ ਅਸਾਧ ਦੀਆਂ ਸਾਧ ਨਾਲੋਂ ਵੀ ਚੰਗੀਆਂ ਹੋਣ, ਪਰ ਕਹਿੰਦੇ ਨੇ ਇਸ ਤਰ੍ਹਾਂ ਨਹੀਂ ਪਰਖ ਕਰ ਸਕੋਗੇ। ਅੱਜ ਤੇ ਅਸੀਂ ਪੈਮਾਨਾ ਕੇਵਲ ਪਹਿਰਾਵੇ ਨੂੰ ਬਣਾ ਕੇ ਬੈਠੇ ਹੋਏ ਹਾਂ ਕਿ ਕੋਈ ਕਮੀਜ਼ ਪਜਾਮੇ ਵਿੱਚ ਸਾਧ ਗੁਰਮੁਖ ਨਹੀਂ ਹੋ ਸਕਦਾ, ਕਿ ਕੋਈ ਪੈਂਟ ਕਮੀਜ਼ ਵਿੱਚ ਗੁਰਮੁਖ ਨਹੀਂ ਹੋ ਸਕਦਾ, ਜਾਂ ਕੋਈ ਚੋਲੇ ਵਿੱਚ ਗੁਰਮੁਖ ਨਹੀਂ ਹੋ ਸਕਦਾ। ਅਸੀਂ ਤੇ ਪਹਿਰਾਵਿਆਂ ਨੂੰ ਲੈ ਕੇ ਹੀ ਆਪਸ ਵਿੱਚ ਇੱਕ ਦੂਜੇ ਤੇ ਖੈਬੜੀ ਜਾਂਦੇ ਹਾਂ। ਪਹਿਰਾਵੇ ਮੇਰੇ ਗੁਰਦੇਵ ਪਿਤਾ ਨੇ ਜਿੱਥੇ ਕੇਵਲ ਭੇਖ ਹੈ ਉਹਦਾ ਜ਼ਰੂਰ ਖੰਡਨ ਕੀਤਾ। ਭੇਖੀ ਪ੍ਰਭੂ ਨਾ ਪਾਈ ਹੈ ਵਿਣ ਸੱਚੀ ਸਿੱਖੰ। ਉਹ ਖਾਲੀ ਭੇਖ ਤੇ ਜ਼ੋਰ ਦੇਣ ਵਾਲਿਓ, ਅੰਦਰ ਤੇ ਸਿੱਖਿਆ ਧਾਰਨ ਕਰੋ ਨਾ। ਅਸੀਂ ਪੈਮਾਨਾ ਬਣਾ ਲਿਆ ਭੇਖ, ਇਹਦਾ ਭੇਖ ਬੜਾ ਵਧੀਆ ਹੈ, ਇਹਦੇ ਕੱਪੜੇ ਬੜੇ ਕੀਮਤੀ ਨੇ, ਇਹਨੇ ਦਸਤਾਰ ਬੜੇ ਵਧੀਆ ਢੰਗ ਨਾਲ ਸਜਾਈ ਹੋਈ ਹੈ, ਇਹ ਜ਼ਿਆਦਾ ਸਾਧ ਹੋ ਸਕਦਾ ਹੈ ਗੁਰਮੁਖ, ਇਹਨੇ ਲੱਗਦਾ ਮਨ ਨੂੰ ਸਾਧਿਆ ਹੋਏ। ਭਾਈ ਸਾਹਿਬ ਕਹਿੰਦੇ ਨੇ ਬਿਲਕੁਲ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਦਾ ਨਾਮ ਹੀ ਗੁਰਦਾਸ, ਗੁਰੂ ਦਾਸ ਬਣ ਕੇ ਜਿਨ੍ਹਾਂ ਨੇ ਗੁਰਮਤ ਨੂੰ ਜੀਵਿਆ, ਜਿਨ੍ਹਾਂ ਨੇ ਗੁਰਬਾਣੀ ਨੂੰ ਜੀਵਿਆ, ਗੁਰਬਾਣੀ ਬਣੀਆਂ, ਤੇ ਕਹਿੰਦੇ ਨੇ ਕਰਨੀ ਕਰਤੂਤ ਲਾਗ ਲੱਛਣ ਕਹਿਲਾਖੀ ਹੈ। ਉਹਦੀਆਂ ਕਰਨੀਆਂ ਤੇ ਉਹਦੀਆਂ ਕਰਤੂਤਾਂ ਤੋਂ ਪਤਾ ਚੱਲ ਜਾਏਗਾ, ਉਹਦੇ ਲੱਛਣਾਂ ਤੋਂ ਪਤਾ ਚੱਲ ਜਾਏਗਾ। ਜਦੋਂ ਤੁਸੀਂ ਉਹਦੀ ਸੰਗਤ ਕਰੋਗੇ ਫਿਰ ਪਤਾ ਚੱਲ ਜਾਏਗਾ ਵੀ ਇਹਦੀ ਕਰਨੀ, ਇਹਦੇ ਲੱਛਣ ਗੁਰਮੁਖਾਂ ਵਾਲੇ ਨੇ ਕਿ ਮਨਮੁਖਾਂ ਵਾਲੇ ਨੇ। ਕਰਨੀ, ਕਰਤੂਤ ਸ਼ਬਦ ਗੁਰਬਾਣੀ ਵਿੱਚ ਵੀ ਦੋਨਾਂ ਰੂਪਾਂ ਵਿੱਚ ਆਉਂਦਾ ਹੈ। ਇੱਕ ਪਾਸੇ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ, ਇੱਕ ਪਾਸੇ ਵਿਨ ਕਰਤੂਤੀ ਮੁਕਤ ਨਾ ਪਾਈਐ। ਚੰਗੀਆਂ ਕਰਤੂਤਾਂ ਨਹੀਂ ਕਰੇਗਾ, ਕਰਤੂਤਾਂ ਕਾਲੀਆਂ ਵੀ ਹੋ ਸਕਦੀਆਂ ਨੇ, ਕਰਤੂਤਾਂ ਚਿੱਟੀਆਂ ਵੀ ਹੋ ਸਕਦੀਆਂ ਨੇ, ਚੰਗੀਆਂ ਵੀ ਹੋ ਸਕਦੀਆਂ ਨੇ। ਕਰਤੂਤ ਸ਼ਬਦ ਮਾੜਾ ਨਹੀਂ।
ਜਿਵੇਂ ਅੰਗਰੇਜ਼ੀ ਵਿੱਚ ਸਮੈਲ ਸ਼ਬਦ ਹੈ, ਗੁੱਡ ਸਮੈਲ ਤੇ ਬੈਡ ਸਮੈਲ, ਜਿਹਨੂੰ ਆਪਾਂ ਕਹਿੰਦੇ ਇੱਥੋਂ ਬੜੀ ਦੁਰਗੰਧੀ ਆਉਂਦੀ ਹੈ, ਉਹਦੇ ਨਾਲ ਬੈਡ ਜੋੜ ਦਿੰਦੇ ਨੇ, ਚੰਗੀ ਆ ਰਹੀ ਤੇ ਗੁੱਡ ਜੋੜ ਦਿੰਦੇ ਨੇ। ਇਸ ਲਈ ਇੱਥੇ ਸਾਧ ਅਤੇ ਅਸਾਧ ਦੀ ਪਹਿਚਾਨ ਹੋਵੇ ਕਿ ਮੈਂ ਕਿਹੜੇ ਗੁਰਮੁਖ ਪਿਆਰੇ ਦੀ ਇੱਕ ਵਾਰੀ ਸੰਗਤ ਕੀਤੀ, 2 ਦਿਨ ਕੀਤੀ, 10 ਦਿਨ ਕੀਤੀ, ਮਹੀਨਾ ਕੀਤੀ, ਪਤਾ ਚੱਲ ਗਿਆ। ਜੇ ਚੰਗਾ ਹੈ ਤੇ ਫਿਰ ਤੇ ਅਰਦਾਸ ਕਰਦੇ ਰਹਿਣਾ, ਇਹਦੀ ਸੰਗਤ 'ਚ ਬੈਠਾ, ਜਿੱਥੇ ਆਪ ਜੁੜਿਆ ਹੈ ਉੱਥੇ ਮੈਨੂੰ ਵੀ ਜੋੜਦਾ ਪਿਆ। ਇਹ ਆਪਣੇ ਨਾਲ ਨਹੀਂ ਜੋੜਦਾ ਮੈਨੂੰ, ਇਹ ਮੈਨੂੰ ਉਹਦੇ ਨਾਲ ਜੋੜਦਾ ਜਿੱਥੋਂ ਇਹਦੇ ਆਪਣੇ ਜੀਵਨ ਦੀ ਘਾੜਤ ਬਾਖੂਬੀ ਘੜੀ ਗਈ ਹੈ। ਇਹ ਮੈਨੂੰ ਵੀ ਕਹਿ ਰਿਹਾ ਤੂੰ ਵੀ ਉਹਦੇ ਨਾਲ ਜੁੜ ਜਿੱਥੇ ਮੈਂ ਜੁੜਿਆ ਹੋਇਆ ਹਾਂ। ਰਮਈਆ ਰੇਨ ਸਾਧ ਜਨ ਪਾਵੋ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਇਹ ਬੇਨਤੀ ਕਰਦਾ ਹਾਂ ਜਿਹੜੇ ਤੇਰੇ ਸਾਧ ਜਨ ਨੇ, ਤੇਰੇ ਗੁਰਮੁਖ ਜਨ ਨੇ, ਮੈਨੂੰ ਉਹਨਾਂ ਦੀ ਸੰਗਤ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਜਾਏ। ਫਿਰ ਅੱਗੇ ਵੇਖੋ, ਅੱਗੇ ਕੀ ਆਇਆ, ਗੁਰ ਮਿਲ ਆਪਣਾ ਖਸਮ ਧਿਆਵੋ। ਉਹਨਾਂ ਵਿੱਚ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਉਹਨਾਂ ਨੇ ਆਪਣੀਆਂ ਕਥਾ ਕਹਾਣੀਆਂ ਥੋੜ੍ਹਾ ਸੁਣਾਉਣੀਆਂ ਨੇ, ਕਿਉਂਕਿ ਯਾਦ ਰੱਖਿਓ ਸਾਡਾ ਗੁਰੂ ਮਿੱਤਰ ਜਿਹੜਾ ਗੁਰੂ ਰਾਮਦਾਸ ਪਿਤਾ ਜੀ ਫਰਮਾਨ ਕਰਦੇ ਨੇ ਤਿਲੰਗ ਰਾਗ ਵਿੱਚ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ, ਗੁਰ ਦੇ ਰਾਰੇ ਨੂੰ ਸਿਹਾਰੀ ਤੇ ਮੀਤ ਦੇ ਤੱਤੇ ਨੂੰ ਵੀ ਸਿਹਾਰੀ ਹੈ। ਗੁਰੂ ਮਿੱਤਰ ਨੇ ਸੁਣਾਈਆਂ ਹਰੀ ਦੀਆਂ ਕਥਾ ਕਹਾਣੀਆਂ, ਤੇ ਜਿਹੜੇ ਗੁਰਮੁਖ ਪਿਆਰੇ ਨੇ ਉਹ ਵੀ ਇਹੀ ਕਰਦੇ ਨੇ। ਇੱਥੇ ਕਹਿੰਦੇ ਨੇ ਚਰਨ ਧੂੜ ਸੰਗਤ ਮੈਨੂੰ ਗੁਰਮੁਖ ਪਿਆਰਿਆਂ ਦੀ ਮਿਲੇ, ਤੇ ਉੱਥੇ ਜਾ ਕੇ ਮੈਂ ਗੁਰ ਮਿਲ, ਗੁਰੂ ਨੂੰ ਮਿਲ ਕੇ ਆਪਣਾ ਖਸਮ ਧਿਆਵੋ। ਮੈਂ ਆਪਣਾ ਖਸਮ ਧਿਆਵਾਂ। ਯਾਦ ਰੱਖਿਓ, ਆਪਣਾ ਖਸਮ, ਹੋਰ ਕੋਈ ਖਸਮ ਨਹੀਂ। ਸਾਡਾ ਸਾਰਿਆਂ ਦਾ ਦੁਨਿਆਵੀ ਤੌਰ 'ਤੇ ਜਦੋਂ ਆਪਾਂ ਵੇਖਦੇ ਹਾਂ, ਸਾਡੀਆਂ ਧੀਆਂ ਭੈਣਾਂ ਜਦੋਂ ਵਿਆਹੀਆਂ ਜਾਂਦੀਆਂ ਨੇ, ਸਾਰਿਆਂ ਦੇ ਵੱਖ-ਵੱਖ ਹਸਬੈਂਡ ਹੁੰਦੇ ਨੇ। ਪਰ ਯਾਦ ਰੱਖਣਾ, ਜਦੋਂ ਅਸੀਂ ਧਾਰਮਿਕ ਦੁਨੀਆ ਵਿੱਚ ਵਿਚਰਦੇ ਹਾਂ ਤੇ ਉੱਥੇ ਜਦੋਂ ਗੁਰਬਾਣੀ ਪੜ੍ਹਦੇ ਹਾਂ, ਫਿਰ ਸਤਿਗੁਰੂ ਗੁਰਦੇਵ ਪਿਤਾ ਜੀ ਨੇ ਇੱਕ ਵੱਲ ਇਸ਼ਾਰਾ ਕੀਤਾ ਵੀ ਉਹੀ ਪਤਨੀ ਦਾ ਖਸਮ ਵੀ ਉਹੀ ਹੈ ਤੇ ਪਤੀ ਦਾ ਖਸਮ ਵੀ ਉਹੀ ਹੈ। ਸਿੱਖ ਰਹਿਤ ਮਰਿਆਦਾ ਵਿੱਚ ਜਿਹੜੀਆਂ ਜਦੋਂ ਆਪਾਂ ਆਨੰਦ ਸੰਸਕਾਰ ਪੜ੍ਹਦੇ ਹਾਂ, ਉਹ 'ਚ ਜ਼ਿਕਰ ਕੀਤਾ ਹੋਇਆ ਪਰਸਪਰ ਆਪਸ ਵਿੱਚ ਲਾਵਾਂ ਦਾ ਉਪਦੇਸ਼ ਜਿੱਥੇ ਦੇਣਾ, ਉਹਦੇ ਨਾਲ ਨਾਲ ਪਤੀ ਪਤਨੀ ਨੂੰ ਇਹ ਵੀ ਨਾ ਕੇਵਲ 2 ਸਰੀਰਾਂ ਦਾ ਮਿਲਾਪ ਨਹੀਂ, ਤੁਸੀਂ ਕਿਸੇ ਇੱਕ ਹੋਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਖਸਮ ਦੇ ਨਾਲ ਵੀ ਮਿਲਾਪ ਕਰਨਾ ਹੈ। ਗੁਰ ਮਿਲ ਆਪਣਾ ਖਸਮ ਧਿਆਵੋ। ਗੁਰੂ ਨੂੰ ਮਿਲ ਕੇ, ਧੰਨ ਗੁਰੂ ਅਮਰਦਾਸ ਪਿਤਾ ਜੀ ਦੇ ਬਚਨ ਜਦੋਂ ਸ਼ਲੋਕ 12 ਤੇ ਵਧੀਕ ਵਿੱਚ ਆਪਾਂ ਇਹ ਪੜ੍ਹਦੇ ਹਾਂ, ਉੱਥੇ ਗੁਰਦੇਵ ਪਿਤਾ ਨੇ ਬਖਸ਼ਿਸ਼ ਕੀਤੀ, ਕਹਿੰਦੇ ਨੇ ਤੇਰੀ ਦੋਸਤੀ, ਤੇਰਾ ਪਿਆਰ, ਤੇਰਾ ਉੱਠਣਾ ਬੈਠਣਾ ਇਹ ਗੁਰਸਿੱਖਾਂ ਨਾਲ ਹੋਣਾ ਚਾਹੀਦਾ ਹੈ। ਪਰ ਯਾਦ ਰੱਖੀ, ਚਿੱਤ ਨਾ ਕਿਸੇ ਉਹਨਾਂ ਵਿੱਚੋਂ ਇੱਕ ਨੂੰ ਦੇ ਦਈ। ਗੁਰਮੁਖ ਸੌ ਕਰ ਦੋਸਤੀ, ਤੇਰੀ ਦੋਸਤੀ ਗੁਰਮੁਖਾਂ ਨਾਲ ਹੋਵੇ, ਸਾਧ ਜਨਾਂ ਨਾਲ ਹੋਵੇ, ਪਰ ਸਤਿਗੁਰ ਸਿਉ ਲਾਏ ਚਿੱਤ। ਚਿੱਤ ਸਤਿਗੁਰੂ ਨਾਲ ਜੋੜਨਾ ਹੈ। ਅਸੀਂ ਤੇ ਚਿੱਤ ਵੀ ਆਪਣੇ ਨਾਲ ਜੋੜਨ ਦਾ ਯਤਨ ਕਰਦੇ ਹਾਂ। ਕਈ ਵਾਰੀ ਤੇ ਇਸ ਤਰ੍ਹਾਂ ਵੀ ਹੁੰਦਾ, ਜਿਹੜਾ ਤੇਰਾ ਦਸਵੰਧ ਬਣਦਾ ਉਹ ਵੀ ਮੈਨੂੰ ਹੀ ਦੇ ਦੀ ਤੂੰ। ਮੈਂ ਇਹ ਨਹੀਂ ਵੇਖਣਾ ਮੈਂ ਕਿੱਥੇ ਖਰਚਾ ਕਰ ਰਿਹਾ, ਮੈਂ ਕੀ ਦਸਵੰਧ, ਜਿਵੇਂ ਭਾਈ ਸਾਹਿਬ ਜੀ ਰੋਜ਼ ਬੇਨਤੀਆਂ ਕਰਦੇ ਨੇ, ਸੇਵਾਵਾਂ ਚੱਲ ਰਹੀਆਂ ਨੇ। ਸੋ ਇਸ ਲਈ ਗੁਰ ਮਿਲ ਆਪਣਾ ਖਸਮ ਧਿਆਵੋ, ਇਹ ਰਹਾਓ ਵਾਲਾ ਸ਼ਬਦ ਪਦਾ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਦਾ ਜੋ ਅੱਜ ਦੇ ਸ਼ਬਦ ਦੀ ਆਪਾਂ ਵਿਚਾਰ ਕਰਦੇ ਪਏ ਹਾਂ। ਰਮਈਆ ਰੇਨ ਸਾਧ ਜਨ ਪਾਵੋ, ਗੁਰ ਮਿਲ ਆਪਣਾ ਖਸਮ ਧਿਆਵੋ। ਗੁਰੂ ਨੂੰ ਮਿਲ ਕੇ ਮੈਂ ਆਪਣਾ ਖਸਮ ਧਿਆਵਾਂ, ਤੇ ਗੁਰਬਾਣੀ ਪੜ੍ਹ ਕੇ ਪਤਾ ਚੱਲੇਗਾ, ਗੁਰ ਪ੍ਰਸਾਦ ਮੇਰੇ ਮਨ ਵਸਿਆ, ਜੋ ਮੰਗੂ ਸੋ ਪਾਮੂ ਰੇ। ਨਾਮ ਰੰਗ ਮਨ ਇਹ ਮਨ ਤ੍ਰਿਪਤਾਨਾ, ਬਹੁਰ ਨ ਕਤਹੂ ਧਾਮੂ ਰੇ। ਹਮਰਾ ਠਾਕੁਰ ਸਭ ਤੇ ਉੱਚਾ, ਰੈਨ ਦਿਨਸ ਤਿਸ ਗਾਵੂ ਰੇ। ਖਿਨ ਮੈਂ ਥਾਪ ਉਥਾਪਨ ਹਾਰਾ, ਤਿਸ ਤੇ ਤੁਝੇ ਡਰਾਮੂ ਰੇ। ਗੱਲ ਇੱਥੇ ਵੀ ਰੇਨ ਦੀ ਚੱਲਦੀ ਪਈ ਸੀ, ਧੂੜ ਦੀ ਗੱਲ ਚੱਲਦੀ ਪਈ ਸੀ। ਹੁਣ ਆਪਾਂ ਜਿਹੜੇ ਸ਼ਬਦ ਦੇ ਬਾਕੀ 4 ਪਦੇ ਨੇ, ਕਿਉਂਕਿ ਰਹਾਉ ਵਾਲਾ ਪਦਾ ਗਿਣਤੀਆਂ ਵਿੱਚ ਨਹੀਂ ਆਉਂਦਾ, ਭਾਵੇਂ ਉਹਦੇ ਨਾਲ ਕਿਤੇ ਏਕਾ ਪਿਆ ਵੀ ਹੁੰਦਾ ਹੈ ਤੇ ਕਈ ਥਾਵਾਂ ਤੇ ਏਕਾ ਨਹੀਂ ਵੀ ਪਿਆ ਹੁੰਦਾ। ਗੁਰੂ ਕੇ ਪਿਆਰ ਵਾਲਿਓ, ਪਰ
ਉਹ ਗਿਣਤੀ ਵਿੱਚ ਜੇ ਸਿਰਲੇਖ 2 ਪਦੇ ਹੈ, 3 ਪਦੇ ਹੈ, 4 ਪਦੇ ਹੈ, ਅਸ਼ਟਪਦੀ ਹੈ, ਗਿਣਤੀ ਕਰਕੇ ਵੇਖ ਲਿਓ, ਰਹਾਉ ਵਾਲਾ ਪਦਾ ਗਿਣਤੀ ਵਿੱਚ ਨਾ ਹੈਗਾ। ਕਿਉਂ? ਉਹਦੀ ਵਿਸ਼ੇਸ਼ ਸਥਾਨ ਹੈ ਸ਼ਬਦ ਦੇ ਵਿੱਚ। ਕੀਰਤਨੀਏ ਵੀ ਕੋਸ਼ਿਸ਼ ਕਰਨ ਉੱਥੋਂ ਹੀ ਗੁਰਬਾਣੀ ਦਾ ਕੀਰਤਨ ਆਰੰਭ ਕਰਨ, ਤੇ ਵਿਚਾਰਵਾਨ ਵੀ ਇੱਥੋਂ ਹੀ ਵਿਚਾਰ ਦੀ ਆਮ ਆਰੰਭਤਾ ਕਰਦੇ ਨੇ। ਹੁਣ ਸਤਿਗੁਰੂ ਗੁਰਦੇਵ ਪਿਤਾ ਜੀ ਪਹਿਲੇ ਪਦੇ ਵਿੱਚ ਫਰਮਾ ਰਹੇ ਨੇ, ਕਿਉਂ ਮੈਂ ਉਹਨੂੰ ਗੁਰੂ ਨੂੰ ਮਿਲ ਕੇ ਧਿਆਉਣਾ ਚਾਹੁੰਦਾ ਹਾਂ। ਉਹਨੇ ਕੀ ਕੀ ਕੀਤਾ ਹੈ, ਉਹਦੀਆਂ ਵਡਿਆਈਆਂ ਕੀ ਨੇ। ਵੈਸੇ ਤੇ ਪਰਮਾਤਮਾ ਦੇ ਗੁਣ ਜਿਹੜੇ ਨੇ ਉਹ ਵਰਣਨ ਕੀਤੇ ਹੀ ਨਹੀਂ ਜਾ ਸਕਦੇ, ਬਿਆਨ ਨਹੀਂ ਕੀਤੇ ਜਾ ਸਕਦੇ। ਪਰ ਹਾਂ, ਇਹਦਾ ਮਤਲਬ ਇਹ ਨਹੀਂ ਕਿ ਬਿਆਨ ਨਹੀਂ ਕਰਨੇ, ਉਹਦੇ ਗੁਣ ਨਹੀਂ ਗਾਣੇ। ਗੁਣ ਗਾ ਕੇ ਉਹਦਾ ਅੰਤ ਨਹੀਂ ਪਾਉਣਾ, ਸਗੋਂ ਗੁਣ ਗਾ ਗਾ ਕੇ ਉਹਦੇ ਵਿੱਚ ਸਮਾ ਜਾਣਾ ਹੈ, ਉਹਦੇ ਵਿੱਚ ਅਭੇਦ ਹੋਣਾ ਹੈ। ਤੇ ਸਤਿਗੁਰੂ ਜੀ ਵਿਚਾਰ ਅਧੀਨ ਸ਼ਬਦ ਦੇ ਪਹਿਲੇ ਪਦੇ ਰਾਹੀਂ ਫਰਮਾ ਰਹੇ ਨੇ, ਜਿਨ ਨੰਨੇ ਨੂੰ ਸਿਹਾਰੀ। ਨੰਨਾ ਮੁਕਤਾ ਤੇ ਬਹੁਵਚਨ ਹੋ ਜਾਏਗਾ। ਇੱਥੇ ਜਿਨ ਆਇਆ ਖਸਮ ਵਾਸਤੇ, ਅਕਾਲ ਪੁਰਖ ਵਾਸਤੇ। ਜਿਸ ਖਸਮ ਨੇ ਕੀਤਾ ਮਾਟੀ ਤੇ ਰਤਨ। ਆਪਣਾ ਸਰੀਰ ਤੁਸੀਂ ਕਿਤੇ ਝਾਤ ਮਾਰ ਕੇ ਵੇਖੋ, ਸਤਿਗੁਰੂ ਨੇ ਕਿਤੇ ਬਖਸ਼ਿਸ਼ ਕੀਤੀ ਹੈ, ਗਰਭ ਵੱਡੋ ਮੂਲ ਇਤਨੋ। ਇੰਨਾ ਵੱਡਾ ਹੰਕਾਰ, ਤੇ ਕਦੀ ਮੂਲ ਆਪਣਾ ਵੇਖ ਤੇਰਾ ਕੀ ਹੈ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਲ ਤੇਰਾ ਕੀ ਹੈ। ਤੇ ਅੱਜ ਤੂੰ ਆਫਰਿਆ ਫਿਰਦਾ ਹੰਕਾਰ ਦੇ ਨਾਲ। ਉਹਨੂੰ ਧਿਆ ਜਿੰਨੇ, ਜੇ ਉਹ ਚਾਹੁੰਦਾ ਤੇ ਤੈਨੂੰ ਕਿਸੇ ਹੋਰ ਜੂਨ ਵਿੱਚ ਵੀ ਪਾ ਸਕਦਾ ਸੀ। ਸਾਡੀ ਚੁਆਇਸ ਨਹੀਂ ਸੀ, ਸਾਨੂੰ ਇੱਥੇ ਇਸਤਰੀ ਜਾਂ ਮਰਦ ਬਣਾ ਕੇ ਸੰਸਾਰ ਅੰਦਰ ਭੇਜ। ਇਹ ਉਹਨੇ ਰਹਿਮਤ ਕੀਤੀ, ਉਹਨੇ ਬਖਸ਼ਿਸ਼ ਕੀਤੀ ਹੈ। ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ। ਜਿਨੇ ਮਿੱਟੀ ਤੋਂ ਇਹ ਕੀਮਤੀ ਰਤਨ ਬਣਾ ਦਿੱਤਾ। ਯਾਦ ਰੱਖਿਓ, ਸਰੀਰ ਨੂੰ ਰਤਨ ਕਿਹਾ ਗੁਰਬਾਣੀ ਵਿੱਚ। ਕਿਤੇ ਮੇਰੇ ਗੁਰਦੇਵ ਪਿਤਾ ਅਕਾਲ ਪੁਰਖ ਵਾਹਿਗੁਰੂ ਨੂੰ ਰਤਨ ਕਹਿੰਦੇ ਨੇ, ਕਿਤੇ ਗੁਰੂ ਕੀ ਬਾਣੀ ਨੂੰ ਗੁਰ ਕਾ ਸ਼ਬਦ ਰਤਨ ਕਹਿੰਦੇ ਨੇ। ਇਹ ਰਤਨ ਤਾਂ ਹੀ ਹੋ ਸਕਦਾ ਹੈ ਜੇ ਇਹ ਗੁਰ ਕਾ ਸ਼ਬਦ ਰਤਨ ਨਾਲ ਜੁੜ ਜਾਏਗਾ। ਇਹ ਤਾਂ ਹੀ ਕੀਮਤੀ ਰਤਨ ਇਹ ਬਣ ਸਕਦਾ ਹੈ ਜੇ ਪ੍ਰਭੂ ਦੇ ਅਮੋਲਕ ਜਿਹੜੇ ਕੀਮਤੀ ਰਤਨ ਗੁਣ ਨੇ ਉਹਨਾਂ ਨਾਲ ਜੁੜੇਗਾ ਤਾਂ ਹੀ। ਭਾਈ ਗੁਰਦਾਸ ਜੀ ਦੀ ਇੱਕ ਵਾਰ ਦੀ ਪੌੜੀ ਦੀ ਇੱਕ ਪੰਕਤੀ, ਮਾਨਸ ਜਨਮ ਅਮੋਲ ਹੈ। ਕਹਿੰਦੇ ਨੇ ਮੈਂ ਮੰਨਦਾ, ਮੈਂ ਗੁਰਬਾਣੀ ਪੜ੍ਹਦਾ, ਗੁਰਬਾਣੀ ਵਿੱਚ ਆਇਆ ਹੈ ਮਨੁੱਖਾ ਜਨਮ ਬੜਾ ਅਮੋਲ ਹੈ, ਇਹਦੀ ਕੋਈ ਕੀਮਤ ਨਹੀਂ। ਇੱਕ ਪਾਸੇ ਪਰਮਾਤਮਾ ਨੂੰ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਇੱਕ ਪਾਸੇ ਮਾਨਸ ਜਨਮ ਅਮੋਲ ਵੀ ਕਹਿੰਦੇ ਨੇ। ਪਰ ਕਹਿੰਦੇ ਨੇ ਹੋਏ ਅਮੋਲ ਸਾਧ ਸੰਗ ਪਾਏ। ਜਦੋਂ ਗੁਰੂ ਕੀ ਸੰਗਤ 'ਚ ਆ ਕੇ ਬੈਠੋਗੇ, ਗੁਰਬਾਣੀ ਸਰਵਨ ਕਰੋਗੇ, ਫਿਰ ਪਤਾ ਲੱਗੇਗਾ ਵਾਕਈ ਇਹ ਕਿੰਨਾ ਕੀਮਤੀ ਸਤਿਗੁਰੂ ਨੇ ਕਿਵੇਂ ਕਿਰਪਾ ਕੀਤੀ ਹੈ, ਕਿਵੇਂ ਬਖਸ਼ਿਸ਼ ਕੀਤੀ ਹੈ। ਜਲ ਕੀ ਭੀਤ ਪਮਨ ਕਾ ਥੰਭਾ, ਰਕਤ ਬੁੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਇਹਨਾਂ ਸ਼ਰੀਰਾਂ ਤੇ ਇੱਥੇ ਮੈਂ ਬੇਨਤੀ ਕਰਾਂ, ਕਿਸੇ ਇੱਕ ਧਰਮ ਨੂੰ ਮੰਨਣ ਵਾਲੇ ਵੱਲ ਸਰੀਰ ਵੱਲ ਇਸ਼ਾਰਾ ਨਹੀਂ, ਜਾਂ ਕੇਵਲ ਇੱਥੇ ਮਰਦ ਸ਼੍ਰੇਣੀ ਇਹ ਆਖੇ ਕਿ ਕੇਵਲ ਸਾਡੇ ਸਰੀਰ ਵਾਸਤੇ ਨਾ। ਗੁਰੂ ਕੇ ਪਿਆਰ ਵਾਲਿਓ, ਭਾਵੇਂ ਉਹ ਸਰੀਰ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹੈ, ਕੋਈ ਵੀ ਹੋਵੇ, ਗੁਰੂ ਕੇ ਪਿਆਰ ਵਾਲਿਓ, ਇਹ ਸਾਰਿਆਂ ਵਾਸਤੇ ਸ਼ਬਦ ਹੈ। ਗੁਰਬਾਣੀ ਦਾ ਤੇ ਉਪਦੇਸ਼ ਹੀ ਸਾਂਝਾ ਹੈ। ਧੰਨ ਗੁਰੂ ਅਰਜਨ ਦੇ ਪਿਤਾ ਜੀ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਜਿਨੇ ਅਕਾਲ ਪੁਰਖ ਵਾਹਿਗੁਰੂ ਨੇ ਮਿੱਟੀ ਤੋਂ, ਤਾਂ ਹੀ ਤੇ ਮਿੱਟੀ ਦਾ ਭਾਂਡਾ ਵੀ ਕਿਹਾ ਗਿਆ। ਤੇ ਗੁਰਬਾਣੀ ਵਿੱਚ ਘਟ ਸ਼ਬਦ ਬੜਾ ਆਇਆ ਸਰੀਰ ਵਾਸਤੇ, ਤੇ ਘਟ ਦਾ ਅਰਥ ਘੜਾ ਹੈ। ਸਭਨੀ ਘਟੀ ਸ਼ਾਹ ਵਸੈ, ਸ਼ਾਹ ਬਿਨ ਘਟ ਨਾ ਕੋਏ। ਤੇ ਇੱਥੇ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਕੀਤਾ ਇਹ ਮਿੱਟੀ ਤੋਂ ਕੀਮਤੀ ਰਤਨ ਜਨਮ ਅਮੋਲਕ ਬਖਸ਼ਿਸ਼ ਕਰ ਦਿੱਤਾ। ਗਰਭ ਮੈਂ ਰਾਖਿਆ ਜਿਨ ਕਰ ਜਤਨ। ਜਿਸ ਨੇ ਜਤਨ ਕਰਕੇ, ਸਾਡਾ ਕੋਈ ਜਤਨ ਨਹੀਂ ਸੀ। ਬਤਾ ਕੋਈ ਆਖੇ ਮੈਂ ਕੋਈ ਯਤਨ ਕਰਕੇ ਰੱਖ ਲਿਆ। ਆਪ ਅਸੀਂ ਡਾਕਟਰ ਵੱਲੋਂ ਵੀ ਦਿੱਤੀਆਂ ਹੋਈਆਂ ਜਿੰਨੀਆਂ ਮਰਜ਼ੀ ਸੇਧਾਂ ਠੀਕ ਹੈ, ਉਹਨਾਂ ਦਾ ਵੀ ਪਾਲਣ ਕਰਨਾ ਚਾਹੀਦਾ ਹੈ। ਪਰ ਉਹ ਅਕਾਲ ਪੁਰਖ ਵਾਹਿਗੁਰੂ ਨੇ ਯਤਨ ਕਰਕੇ ਮਾਤਾ ਦੇ ਗਰਭ ਵਿੱਚ ਵੀ ਸਾਡੀ ਰਖਵਾਲੀ ਕੀਤੀ। ਤਾਂ ਹੀ ਗੁਰੂ ਅਮਰਦਾਸ ਪਿਤਾ ਜੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋਂ ਵਿਸਾਰੀ ਹੈ। ਮਨੋਂ ਕਿਉਂ ਵਿਸਾਰੀ ਹੈ ਏ ਵੱਡ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਹਿ ਪੋਹ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ।
ਉਹਨੂੰ ਕੌਣ ਪੋ ਸਕਦਾ ਹੈ ਜਿਹਦੀ ਉਹ ਲਿਪ ਪ੍ਰਮਾਤਮਾ ਨਾਲ ਜੁੜੀ ਹੋਵੇ। ਸਤਿਗੁਰੂ ਕਹਿੰਦੇ ਨੇ ਗਰਭ ਮੈਂ ਰਾਖਿਆ ਜਿਨ ਕਰ ਜਤਨ, ਉਹਨੇ ਸਾਡੀ ਰਖਵਾਲੀ ਕੀਤੀ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤਾਂ ਤੁਮ ਰਾਖਣ ਹਾਰੇ। ਅਰਦਾਸ ਕੀਤੀ ਗੁਰੂ ਅਰਜਨ ਸਾਹਿਬ ਪਿਤਾ ਜੀ ਨੇ, ਉੱਥੇ ਤੇ ਰਖਵਾਲੀ ਤੁਸੀਂ ਕਰ ਦਿੱਤੀ, ਹੁਣ ਇੱਥੇ ਕੌਣ ਕਰੇਗਾ। ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਸੱਚੇ ਪਾਤਸ਼ਾਹ ਇੱਥੇ ਜਿਹੜਾ ਆ ਸੰਸਾਰ ਸਮੁੰਦਰ ਹੈ ਨਾ, ਇੱਥੇ ਅੱਗ ਦੀਆਂ ਲਹਿਰਾਂ ਜਿਹੜੇ ਮੇਰੇ ਸਰੀਰ ਨੂੰ ਸਾੜੀ ਤੁਰੀਆਂ ਜਾ ਰਹੀਆਂ ਨੇ, ਆਤਮਿਕ ਜੀਵਨ ਨੂੰ ਬਰਬਾਦ ਕਰ ਰਹੀਆਂ ਨੇ, ਇੱਥੇ ਵੀ ਤੁਸੀਂ ਰੱਖ ਲਓ ਨਾ। ਮਾਧੋ ਤੂੰ ਠਾਕੁਰ ਸਿਰ ਮੋਰਾ, ਇਹਾਂ ਉਹਾਂ ਤੁਹਾਰੋ ਧੋਰਾ। ਪਰ ਸਾਡੀ ਇਹ ਹਾਲਤ ਹੈ, ਕੀਤੇ ਕਉ ਮੇਰੇ ਸਮਾਨੈ ਕਰਨ ਹਾਰ ਤ੍ਰਿਣ ਜਾਣੈ। ਉਹਦੇ ਕੀਤੇ ਹੋਏ ਨੂੰ ਸੁਮੇਰ ਪਰਬਤ ਮੰਨ ਲੈਂਦਾ, ਕਰਨ ਵਾਲੇ ਨੂੰ ਤਿਨਕੇ ਦੇ ਸਮਾਨ ਸਮਝਦਾ ਏ। ਸਾਡੀ ਸਭ ਦੀ ਇਹ ਨਾ ਦਾਤ ਇੰਨੀ ਜੋ ਰੱਬ ਦਿੰਦਾ ਹੈ। ਅੱਜ ਵੀ ਜੋ ਆਪਾਂ ਵੇਖਦੇ ਹਾਂ ਚੀਜ਼ਾਂ ਵਿਗਿਆਨੀ ਬਣਾਈ ਤੁਰੇ ਜਾ ਰਹੇ ਨੇ, ਸਾਇੰਸ ਦੀ ਕਾਢ, ਅਸੀਂ ਵੇਖ ਵੇਖ ਕੇ ਹੈਰਾਨ ਹੁੰਦੇ ਹਾਂ। ਦਿਮਾਗ ਕਿਹਨੇ ਦਿੱਤਾ? ਅਕਾਲ ਪੁਰਖ ਵਾਹਿਗੁਰੂ ਜੀ ਨੇ। ਹੈ ਤੇ ਸਭ ਉਸੇ ਦੀ ਬਖਸ਼ਿਸ਼ ਹੈ ਨਾ। ਤੇ ਇਸ ਲਈ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਮਾਤਾ ਦੇ ਗਰਭ ਵਿੱਚ ਜਿਸ ਨੇ ਹੱਥ ਦੇ ਕੇ ਰੱਖਿਆ, ਜਿਨ ਦੀਨੀ ਸ਼ੋਭਾ ਵਡਿਆਈ, ਜਿਸ ਖਸਮ ਨੇ ਇਹ ਸਾਡੀ ਸ਼ੋਭਾ, ਇਹ ਵਡਿਆਈ, ਇਹ ਸਭ ਕੁਝ ਉਹਨੇ ਦਿੱਤੀ ਹੈ। ਅਸੀਂ ਕਈ ਵਾਰੀ ਵਡਿਆਈ ਥੋੜ੍ਹੀ ਬਹੁਤੀ ਹੋ ਜਾਏ ਤੇ ਫੁੱਲੇ ਨਹੀਂ ਸਮਾਉਂਦੇ। ਪਰ ਗੁਰੂ ਅਰਜਨ ਸਾਹਿਬ ਪਿਤਾ ਜੀ ਨੇ ਅਕਾਲ ਪੁਰਖ ਵਾਹਿਗੁਰੂ ਅੱਗੇ ਇੱਕ ਥਾਂ ਬੇਨਤੀ ਕੀਤੀ ਤੇ ਬਾਣੀ ਤੋਂ ਸੇਧ ਲੈਣੀ ਚਾਹੀਦੀ ਹੈ। ਤੁਧ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਇਹ ਸਭ ਤੇਰੀ ਵਡਿਆਈ ਹੈ, ਸਭ ਕੁਝ ਤੋਂ ਹੀ ਹਰ ਜੀਵਨ ਨਿਮਾਣਿਆ ਤੂੰ ਮਾਨ, ਨਿਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਇਹ ਵਡਿਆਈ ਤੂੰ ਦਿੱਤੀ ਹੈ। ਮੈਂ ਮਤਾਂ ਕਿਤੇ ਮੇਰੇ ਮਨ 'ਚ ਆ ਜਾਏ, ਮੈਂ ਬੜੀ ਸਿਆਣਪ ਕੀਤੀ, ਮੈਂ ਬੜੀ ਮਿਹਨਤ ਕੀਤੀ, ਜੇ ਤੂੰ ਨਾ ਕਰਵਾਉਂਦਾ ਤਾਂ ਮੈਂ ਕਿੱਥੋਂ ਕਰ ਲੈਂਦਾ। ਬਸ ਗੱਲ ਤੇ ਤੂੰ ਵਿੱਚੋਂ ਮੈਂ ਨੂੰ ਪਾਸੇ ਕਰਨਾ, ਤੂੰ ਨੂੰ ਲੈ ਕੇ ਆਉਣਾ ਹੈ। ਮੈਂ ਨਹੀਂ ਕੀਤਾ, ਤੂੰ ਮੇਰੇ ਤੋਂ ਕਰਵਾਇਆ। ਮਹਾਰਾਜਾ ਰਣਜੀਤ ਸਿੰਘ ਨੇ, ਅੱਜ ਵੀ ਦਰਬਾਰ ਸਾਹਿਬ ਤੁਸੀਂ ਅੰਦਰ ਜਾਂਦੇ ਹੋ, ਸੋਨੇ ਦਾ ਪੱਤਰਾ ਲੱਗਾ ਹੋਇਆ ਅੰਦਰ, ਜੋ ਆਪਾਂ ਵੜਦੇ ਹਾਂ ਮੱਥਾ ਟੇਕਣ, ਉੱਥੇ ਕਰਵਾਈ ਲਿਖਿਆ, ਸੇਵਾ ਕੀਤੀ ਨਹੀਂ ਲਿਖਿਆ ਹੋਇਆ। ਸੇਵਕ ਜਾਣ ਕੇ ਸੇਵਾ ਕਰਵਾਈ। ਅਸੀਂ ਵੀ ਕਹੀਏ ਤੂੰ ਸਾਨੂੰ ਮਾਨ, ਇਹ ਵਡਿਆਈਆਂ ਜੋ ਦਾਤਾ ਜੀ ਸਾਨੂੰ ਮਿਲਦੀਆਂ ਪਈਆਂ ਨੇ, ਇਹ ਤੁਹਾਡੀਆਂ ਦਿੱਤੀਆਂ ਹੋਈਆਂ ਨੇ। ਤਿਸ ਪ੍ਰਭ ਕੋ ਆਠ ਪਹਿਰ ਧਿਆਈ। ਹੁਣ ਤਿਸ ਪ੍ਰਭ, ਤਿਸ ਪ੍ਰਭੂ ਨੂੰ ਜਿਹਦੀ ਕਿਰਪਾ ਦੇ ਨਾਲ ਇਹ ਸਾਰਾ ਉਪਰਾ ਜੋ ਆਪਾਂ ਇਹ ਛੋਟੀਆਂ ਛੋਟੀਆਂ 3 ਪੰਕਤੀਆਂ ਦੇ ਵਿਚਾਰ ਕੀਤੀ ਹੈ, 4 ਪੰਕਤੀਆਂ ਇੱਕ ਪਦੇ ਵਿੱਚ ਕਹਿੰਦੇ ਨੇ, ਉਸ ਤਿਸ ਪ੍ਰਭੂ ਨੂੰ ਮੈਂ 8 ਪਹਿਰ ਧਿਆਉਂਦਾ ਹਾਂ। ਨਾਮ ਧਿਆਇਨ ਸੁਖ ਫਲ ਪਾਇਨ, 8 ਪਹਿਰ ਆਰਾਧੈ, ਤੇਰੀ ਸ਼ਰਨ ਤੇਰੇ ਪ੍ਰਵਾਸੈ, ਪੰਚ ਦੁਸ਼ਟ ਲੈ ਸਾਧੈ। ਉਹਨੂੰ 8 ਪਹਿਰ, ਠੀਕ ਹੈ, ਭਾਵੇਂ ਸਾਡੇ ਸਿੱਖ ਰਹਿਤ ਮਰਿਆਦਾ ਵਿੱਚ, ਸ਼ਖਸੀ ਰਹਿਣੀ ਵਿੱਚ ਜਿਹੜਾ ਅੰਮ੍ਰਿਤ ਵੇਲੇ ਉੱਠਣਾ, ਪਹਿਰ ਰਾਤ ਰਹਿੰਦੇ ਜਾਗਣਾ, ਬਾਣੀ ਦਾ ਅਭਿਆਸ ਕਰਨਾ, ਤੇ ਫਿਰ ਸਾਰਾ ਦਿਨ ਉਹਨੂੰ ਚੇਤੇ ਵੀ ਤੇ ਰੱਖਣਾ ਹੈ ਨਾ। 8 ਪਹਿਰ ਦਾ ਮਤਲਬ ਇਹੀ ਹੈ। 8 ਪਹਿਰ ਤੇ ਸਾਰੇ ਹੋ ਗਏ, ਦਿਨ ਰਾਤ 24 ਘੰਟੇ 8 ਪਹਿਰ, ਇੱਕ ਪਹਿਰ 3 ਘੰਟੇ ਹੁੰਦੇ ਨੇ। ਹੁਣ ਆਪਾਂ ਇਹਦਾ ਮਤਲਬ ਵੀ ਕਿਸੇ ਨਾਲ ਗੱਲਾਂ ਨਹੀਂ ਕਰਨੀਆਂ, ਜਾਂ ਆਪਾਂ ਰੋਟੀ ਨਹੀਂ ਖਾਣੀ, ਪ੍ਰਸ਼ਾਦਾ ਨਹੀਂ ਛਕਣਾ, ਆਪਣੇ ਕੰਮ ਕਾਜ 'ਤੇ ਨਹੀਂ ਜਾਣਾ, ਐਸੀ ਗੱਲ ਨਹੀਂ ਹੈ। ਭਾਵ ਜਿੱਥੇ ਵੀ ਤੁਸੀਂ ਜਾਣਾ ਸੁਚੱਜੇ ਢੰਗ ਦੇ ਨਾਲ, ਜਦੋਂ ਤੁਸੀਂ ਆਪਣੀ ਕਿਰਤ ਵਿਰਤ, ਜਦੋਂ ਕਿਰਤ ਤੁਹਾਡੀ ਧਰਮ ਜੁੜ ਜਾਂਦਾ, ਉਹ ਸੁਕ੍ਰਿਤ ਬਣ ਜਾਂਦੀ ਹੈ। ਪ੍ਰਭੂ ਨੂੰ ਧਿਆਉਣਾ, ਗਾਹਕ ਦੇ ਵਿੱਚੋਂ ਇਹ ਨਹੀਂ ਇਹ ਗਾਹਕ ਆਇਆ ਹੈ ਤੇ ਇਹਨੂੰ ਤੇ ਮੈਂ ਚੰਗੀ ਤਰ੍ਹਾਂ ਛਿੱਲ ਲਵਾਂ, ਜਾਣ ਪਹਿਚਾਣ ਦਾ ਹੋਵੇ, ਉਹਨੂੰ ਉਹਨਾਂ ਘੱਟ ਕਰ ਲਵਾਂਗਾ। ਨਹੀਂ, ਸਾਰਿਆਂ ਦੇ ਨਾਲ ਬਰਾਬਰਤਾ। 8 ਪਹਿਰ ਧਿਆਉਣ ਦਾ ਮਤਲਬ ਪ੍ਰਭੂ ਦੇ ਗੁਣਾਂ ਨੂੰ ਚੇਤੇ ਰੱਖਣਾ। 8 ਪਹਿਰ ਨਿਰਭੈਤਾ ਵਾਲਾ ਗੁਣ ਧਾਰਨ ਕਰਨਾ। 8 ਪਹਿਰ ਨਿਰਵੈਰਤਾ ਵਾਲੇ ਗੁਣ ਨੂੰ ਆਪਣੇ ਅੰਦਰ ਵਸਾ ਕੇ ਰੱਖਣਾ। ਇਹ ਨਹੀਂ ਕਦੀ ਡਰ ਗਿਆ ਕਿਸੇ ਤੋਂ, ਕਦੀ ਕਿਸੇ ਨਾਲ ਵੈਰ ਰੱਖ ਲਿਆ, ਕਦੀ ਕਿਸੇ ਨਾਲ ਮਿੱਤਰਤਾ ਕਾਇਮ ਕਰ ਲਈ, ਇਹ ਫਿਰ 8 ਪਹਿਰ ਧਿਆਉਣਾ ਨਹੀਂ ਹੈ। ਭੁੱਲ ਗਿਆ ਤੇ ਤਾਂ ਹੀ ਵੈਰ, ਕੋਈ ਸਾਡਾ ਵੈਰੀ ਬਣੇਗਾ ਨਾ। ਤੇ ਸਤਿਗੁਰੂ ਗੁਰਦੇਵ ਪਿਤਾ ਜੀ ਸ਼ਬਦ ਦੇ ਦੂਸਰੇ ਪਦੇ ਅੰਦਰ ਫਿਰ ਮਾਲਕ ਦੀ ਬਖਸ਼ਿਸ਼ ਦਾ ਜ਼ਿਕਰ ਕਰਦੇ ਨੇ, ਜਿਸ ਖਸਮ ਨੇ, ਅਕਾਲ ਪੁਰਖ ਵਾਹਿਗੁਰੂ ਨੇ ਕੀਤਾ, ਬਣਾਇਆ, ਮੂੜ ਤੇ ਬਖਤਾ, ਮੂਰਖ ਤੋਂ ਸਿਆਣਾ ਵਕਤਾ ਬਣਾ ਦਿੱਤਾ।
ਬਿਲਾਵਲ ਰਾਗ ਦਾ ਇੱਕ ਸ਼ਬਦ ਹੈ, ਕਈ ਵਾਰੀ ਹੁਕਮ ਦੇ ਰੂਪ ਵਿੱਚ ਵੀ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਉਹਦੀਆਂ ਰਹਾਉ ਵਾਲੀਆਂ ਪੰਕਤੀਆਂ ਨੇ, ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੇਤਾ। ਉਹਦਾ ਪਹਿਲਾ ਪਦਾ ਹੈ, ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰਬ ਕੀਤਾ। ਜਿਹੜਾ ਮੂਰਖ ਸੀ ਉਹਨੂੰ ਚਤੁਰਬ ਕੀਤਾ, ਮੈਨੇ ਵਕਤਾ ਬਣਾ ਦਿੱਤਾ, ਸਿਆਣਾ ਵਕਤਾ। ਆ ਜਿੰਨੇ ਵੀ ਮੇਰੇ ਸਾਥੀ ਵੀਰ ਸਾਰੇ ਜੋ ਸੀ ਇੱਥੇ ਆ ਕੇ ਵੱਖ-ਵੱਖ ਰੋਜ਼ ਤੁਹਾਨੂੰ ਕਥਾ ਸੁਣਾਉਂਦੇ ਨੇ, ਸਾਰਾ ਕੁਝ ਪਹਿਲਾਂ ਕੀ ਸਾਂ, ਪਰ ਜਿਵੇਂ ਮਾਲਕ ਨੇ ਕਿਰਪਾ ਕੀਤੀ ਸਾਰਿਆਂ ਨੂੰ, ਸਾਰੇ ਪਹਿਲਾਂ ਕੁਝ ਵੀ ਨਹੀਂ, ਕਈ ਤੇ ਸਟੇਜ ਤੇ ਆਉਂਦੇ ਕੋਈ ਨਹੀਂ, ਕਿਸੇ ਨੂੰ ਕੋਈ ਬੋਲਣਾ ਨਹੀਂ ਆਉਂਦਾ, ਕੁਝ ਨਹੀਂ ਆਉਂਦਾ, ਪਰ ਉਹਦੀ ਰਹਿਮਤ ਦੇ ਨਾਲ, ਉਹਦੀ ਬਖਸ਼ਿਸ਼ ਦੇ ਨਾਲ ਉਹ ਮੂਰਖਾਂ ਨੂੰ ਸਿਆਣੇ ਵਕਤੇ ਬਣਾ ਦਿੰਦਾ ਹੈ। ਜਿਨ ਕੀਤਾ ਮੂੜ ਤੇ ਬਕਤਾ, ਜਿਨ ਕੀਤਾ ਬੇਸੁਰਤ ਤੇ ਸੁਰਤਾ। ਮੈਨੂੰ ਕੋਈ ਸਮਝ ਹੀ ਨਹੀਂ ਸੀ, ਬਿਲਕੁਲ ਬੇਸਮਝ ਸਾਂ, ਮੈਂ ਅਣਜਾਣ ਸਾਂ, ਮੈਨੂੰ ਜਾਣਕਾਰ ਬਣਾ ਦਿੱਤਾ, ਮੈਨੂੰ ਸਮਝ ਦੇ ਦਿੱਤੀ। ਗੁਰੂ ਕੇ ਪਿਆਰ ਵਾਲਿਓ, ਅਸੀਂ ਵੀ ਗੁਰੂ ਦੇ ਦਰ ਤੇ ਆ ਕੇ ਇਹੀ ਅਰਦਾਸ ਕਰੀਏ, ਗੁਰਾ ਇੱਕ ਦੇ ਬੁਝਾਈ। ਬੁਝਾਈ ਦਾ ਅਰਥ ਹੈ ਸਮਝ ਇੱਕ ਦੇ ਦੇ ਮੈਨੂੰ, ਉਹ ਹੈ ਸਭਨਾ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਤੇ ਜਪਜੀ ਸਾਹਿਬ ਦੀ 5ਵੀਂ 6ਵੀਂ ਪੌੜੀ ਵਿੱਚ ਹੈ। ਬਿਲਾਵਲ ਰਾਗ ਦਾ ਪਹਿਲਾ ਸ਼ਬਦ, ਉਹਦੀਆਂ ਰਹਾਵਲਾਂ ਪੰਕਤੀਆਂ, ਤੇਰੇ ਗੁਣ ਗਾਵਾਂ ਦੇ ਬੁਝਾਈ, ਜੈਸੇ ਸੱਚ ਮੈਂ ਰਹੂੰ ਰਜ਼ਾਈ। ਮੈਂ ਤੇਰੇ ਗੁਣ ਗਾਵਾਂ, ਇਹ ਸਮਝ ਮੈਨੂੰ ਦੇ ਦੇ। ਤੇ ਸੱਚ ਜਾਣਿਓ, ਇਹ ਸਮਝ ਉਹ ਤੋਂ ਹੀ ਮਿਲਦੀ ਹੈ, ਗੁਰੂ ਤੋਂ ਮਿਲਦੀ ਹੈ, ਹੋਰ ਕੋਈ ਦੇ ਨਹੀਂ ਸਕਦਾ। ਜਿਨ ਕੀਤਾ ਬੇਸੁਰਤ ਤੇ ਸੁਰਤਾ, ਜਿਨਨੇ ਮੇਰੇ ਵਰਗੇ ਬੇਸਮਝ ਨੂੰ ਸਮਝਦਾਰ ਬਣਾ ਦਿੱਤਾ। ਸਮਝਦਾਰ ਕਿਹਨੂੰ ਦਾ ਮਤਲਬ ਕੀ ਹੈ? ਸਮਝ ਆ ਗਈ, ਆ ਗੁਰੂ ਦੀ ਮੱਤ ਹੈ, ਆ ਮਨਮਤ ਹੈ, ਆ ਅਨਮਤ ਹੈ, ਆ ਕੁਝ ਹੋਰ ਹੈ। ਮੈਂ ਕਿਹੜੀ ਚੀਜ਼ ਨੂੰ ਪਕੜਨਾ ਹੈ, ਕਿਹੜੀ ਚੀਜ਼ ਤਿਆਗਣੀ ਹੈ, ਕਿਹੜਾ ਕੰਮ ਨਹੀਂ ਕਰਨਾ, ਕਿਹੜਾ ਕੰਮ ਮੈਨੂੰ ਕਰਨਾ ਚਾਹੀਦਾ ਹੈ। ਤੇ ਜਿਨ੍ਹਾਂ ਨੂੰ ਇਹ ਸਮਝ ਨਹੀਂ, ਉਹਨਾਂ ਦੇ ਬਾਰੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਸਰ ਅਪਸਰ ਕੀ ਸਾਰ ਨਾ ਜਾਣੇ, ਫਿਰ ਕੀਚ ਬੁਢਾਂਗੀ ਜੀਓ। ਜਿਹਨੂੰ ਚੰਗੇ ਮੰਦੇ ਦੀ ਪਹਿਚਾਣ ਨਹੀਂ, ਉਹ ਤੇ ਫਿਰ ਗੰਦਗੀ ਵਿੱਚ ਛਾਲਾਂ ਮਾਰਦਾ ਹੈ, ਚਿੱਕੜ ਵਿੱਚ ਫਸ ਜਾਂਦਾ ਹੈ। ਤੇ ਇੱਥੇ ਕਹਿੰਦੇ ਨੇ, ਉਹਨੇ ਕੀਤਾ ਬੇਸੁਰਤ ਤੇ ਸੁਰਤਾ, ਜਿਸ ਪ੍ਰਸਾਦ ਨਵੇਂ ਨਿਧ ਪਾਈ। ਜਿਹਦੀ ਕਿਰਪਾ ਦੁਆਰਾ, ਇੱਥੇ ਅੱਗੇ ਜਾ ਕੇ ਪ੍ਰਸਾਦ ਆਏਗਾ ਪੈਰ ਦੇ ਥੱਲੇ ਰਾਰਾ, ਉੱਥੇ ਪ੍ਰਸਾਦ, ਇੱਥੇ ਪਰਸਾਦ ਆਇਆ, ਪੂਰਾ ਰਾਰਾ ਲੱਗਾ ਹੋਇਆ ਹੈ। ਗੁਰਬਾਣੀ ਵਿੱਚ ਪੈਰਾਂ ਦੇ ਥੱਲੇ ਰਾਰੇ ਬਹੁਤ ਹੁੰਦੇ ਨੇ ਉਚਾਰਨ ਦਾ। ਇੱਥੇ ਕਹਿੰਦੇ ਨੇ, ਜਿਸ ਦੀ ਕਿਰਪਾ ਨਾਲ ਮੈਂ 9 ਨਿਧੀ 9 ਖਜ਼ਾਨੇ ਪਾ ਲਏ ਨੇ। ਤੇ 9 ਖਜ਼ਾਨੇ ਇੱਥੇ ਗੁਰਮਤਿ ਅਨੁਸਾਰ ਗੁਰੂ ਕੇ ਪਿਆਰ ਵਾਲੇ, ਕੁਬੇਰ ਦੇ ਕੋਈ 9 ਖਜ਼ਾਨੇ ਜਿਹੜੇ ਆਮ ਸੰਸਕ੍ਰਿਤੀ ਗ੍ਰੰਥਾਂ ਵਿੱਚ ਜ਼ਿਕਰ ਕੀਤਾ ਗਿਆ ਬੜੇ। ਇੱਥੇ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਵ ਨਿਧ। ਪ੍ਰਭੂ ਦੇ ਸਿਮਰਨ ਵਿੱਚ, ਪ੍ਰਭੂ ਦੇ ਗੁਣਾਂ ਅਨੁਸਾਰ ਜੀਵਨ ਜਿਉਣ ਵਿੱਚ, ਰਸਨਾ ਨਾਲ, ਉਹਦਾ ਨਾਮ ਸਿਮਰਨ ਨਾਲ, ਕੰਨਾਂ ਨਾਲ ਧਿਆਨ ਨਾਲ ਸੁਣ, ਜਿਹੜਾ ਸੁਣਦਾ ਕਹੇ, ਉਹ ਫਿਰ ਗੁਰੂ ਅਮਰਦਾਸ ਜੀ ਦੇ ਇਹਨਾਂ ਬਚਨਾਂ ਨੂੰ ਕੇਵਲ ਪੜ੍ਹਨ ਤੱਕ ਹੀ ਸੀਮਤ ਥੋੜ੍ਹਾ ਰੱਖਦਾ ਹੈ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈਂ, ਜੋ ਹਰ ਹਿਰਦੈ ਸਦਾ ਵਸਾਏ। ਜਿਹੜਾ ਪਰਮਾਤਮਾ ਨੂੰ ਹਿਰਦੇ 'ਚ ਵਸਾਉਂਦਾ ਹੈ, ਉਹ ਇਹਨਾਂ ਪਿੱਛੇ ਨਹੀਂ, ਉਹ ਇਹਦੇ ਪਿੱਛੇ ਹੋ ਤੁਰਦੀਆਂ ਨੇ। ਆਹੀ ਫਰਕ ਹੈ ਬਸ। ਤੁਸੀਂ ਸੂਰਜ ਵੱਲ ਮੂੰਹ ਕਰ ਲਓ, ਪਰਛਾਵਾਂ ਤੁਹਾਡੇ ਪਿੱਛੇ, ਤੁਹਾਡੀ ਪਿੱਠ ਸੂਰਜ ਵੱਲ ਹੋ ਜਾਏਗੀ, ਪਰਛਾਵਾਂ ਅੱਗੇ, ਪਰਛਾਵੇਂ ਨੂੰ ਪਕੜੋ ਨਹੀਂ ਪਕੜ ਸਕੋਗੇ। ਮੁੱਖ ਰੱਖਣਾ ਜਿੱਧਰ। ਫਿਰ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ, ਜਿੰਨੀਆਂ ਕੋਈ ਲੋੜਵੰਦ ਚਾਹੀਦੀਆਂ ਨੇ, ਭਾਵ ਉਹਦੇ ਵਾਸਤੇ ਫਿਰ ਇਹਨੂੰ ਸਭ ਕੁਝ ਜੋ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਗੁਰ ਜਿਸ ਪ੍ਰਸਾਦ ਨਵੇਂ ਨਿਧ ਪਾਈ, ਸੋ ਪ੍ਰਭ ਵਾਰ ਵਾਰ ਉਹ ਪ੍ਰਭੂ ਮਨ ਤੇ ਵਿਸਰਤ ਨਹੀਂ। ਹੁਣ ਵਿਸਰ ਕਿਵੇਂ ਜਾਏਗਾ? ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਓ। ਫਿਰ ਤੇ ਉਹ ਅਰਦਾਸ ਕਰਦਾ ਹੈ, ਮਤ ਦੇਖ ਭੂਲਣਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਤੀਸਰਾ ਪਦਾ, ਜਿਨ ਦੀਆ ਨਿਥਾਵੇਂ ਕੋਥਾਨ। ਗੁਰੂ ਨਾਨਕ ਪਿਤਾ ਤੋਂ ਲੈ ਕੇ ਦਸ਼ਮੇਸ਼ ਪਿਤਾ ਜੀ ਤੱਕ ਸਾਰੇ ਹੀ ਗੁਰੂ ਨਿਥਾਵਿਆਂ ਦੀ ਥਾਮ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਅੱਜ ਜੁਗੋ ਜੁਗ ਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੇ। ਇੱਥੇ ਪੁੱਛਿਆ ਜਾਂਦਾ, ਤੇਰੀ ਜਾਤ ਕੀ ਹੈ, ਕੌਣ ਹੈ, ਕਿੱਥੋਂ ਆਇਆ? ਕਿਤੇ ਲੰਗਰ ਪੁੱਛਿਆ ਜਾਂਦਾ, ਮੇਰੇ ਨਾਲ ਤੂੰ ਬੈਠਾ ਕਿਉਂ ਬੈਠਾ ਹੈ? ਵੇਖੋ ਇਹਨਾਂ ਬਖਸ਼ਿਸ਼ ਕੀਤੀ ਮੇਰੇ ਗੁਰਦੇਵ ਪਿਤਾ ਨੇ। ਸੰਗਤ ਅਤੇ ਪੰਗਤ ਦੀ ਕਿੰਨੀ ਮਹਾਨਤਾ।
ਇਹ ਸਭ ਗੁਰੂ ਦੀ ਬਖਸ਼ਿਸ਼ ਹੈ। ਇੱਥੇ ਨਿਥਾਵਿਆਂ ਨੂੰ ਵੀ ਥਾਮ, ਜਿਹਨੂੰ ਕੋਈ ਨਹੀਂ ਝੱਲਦਾ ਗੁਰੂ ਕੇ ਪਿਆਰ, ਜਿਸ ਪਾਪੀ ਕੋ ਮਿਲੈ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਖੋਈ। ਇੱਥੇ ਨਿਥਾਵਿਆਂ ਨੂੰ ਥਾਂ ਦਿੱਤਾ ਜਾਂਦਾ ਹੈ, ਜਿਸ ਅਕਾਲ ਪੁਰਖ ਵਾਹਿਗੁਰੂ ਨੇ, ਸਤਿਗੁਰੂ ਜੀ ਨੇ ਦਿੱਤਾ। ਨਿਥਾਵੇਂ ਕੋ ਥਾਨ ਜਿਨ ਦੀਆ, ਨਿਮਾਣੇ ਕੋ ਮਾਨ, ਜਿਨੇ ਨਿਮਾਣਿਆਂ ਨੂੰ ਮਾਨ ਬਖਸ਼ਿਸ਼ ਕੀਤਾ। ਪਰ ਇੱਕ ਗੱਲ ਹੈ, ਨਿਮਾਣੇ ਨੂੰ ਜਦੋਂ ਮਾਨ ਬਖਸ਼ਿਸ਼ ਕਰ ਦਿੰਦਾ ਨਾ, ਤੇ ਫਿਰ ਉਹ ਮਾਨ ਦੀ ਵਡਿਆਈ ਨਹੀਂ ਕਰਦਾ। ਕਿਉਂ? ਦਿੱਤਾ ਤੇ ਉਹਨੇ ਮਾਨ, ਤੇ ਮੈਂ ਕਦੀ ਵਡਿਆਈ ਕਰਨੀ ਹੈ? ਥਾਂ ਉਹਨੇ ਦਿੱਤੀ ਹੈ ਤੇ ਮੈਂ ਐਵੇਂ ਮੱਲਾ ਮਾਰੀ ਜਾਵਾਂ? ਥਾਂ ਉਹਦੀ ਦਿੱਤੀ ਹੋਈ ਹੈ, ਮਾਨ ਉਹਦਾ ਦਿੱਤਾ ਹੋਇਆ ਹੈ, ਸਰੀਰ ਉਹਦਾ ਦਿੱਤਾ ਹੋਇਆ ਹੈ। ਤਾਂ ਹੀ ਬਾਬਾ ਫਰੀਦ ਜੀ ਨੇ ਜਿਹੜੀ ਭਗਤਾਂ ਦੀ ਡੈਫੀਨੇਸ਼ਨ ਉਹ ਦਿੱਤੀ ਹੈ ਨਾ, ਵਿਆਖਿਆ ਕੀਤੀ, ਭਗਤ ਸ਼ਬਦ ਦੀ ਪਰਿਭਾਸ਼ਾ ਦਿੱਤੀ ਹੈ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣਹੋਂਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਮਾਨ ਬੜਾ ਹੈ ਪਰ ਮਾਨ ਕਰਦਾ ਨਹੀਂ। ਕਿਉਂ? ਮਾਨ ਦੇਣ ਵਾਲਾ ਉਹ ਹੈ। ਮਤ ਬੜੀ ਹੈ, ਸਿਆਣਪ ਬੜੀ ਹੈ, ਪਰ ਗੁਰੂ ਅੱਗੇ ਆ ਕੇ ਕਹਿੰਦਾ ਮੈਂ ਤੇ ਤੇਰਾ ਬੱਚਾ ਹੀ ਹਾਂ ਸੱਚੇ ਪਾਤਸ਼ਾਹ। ਸਿਆਣਪ ਤੇਰੇ ਕੋਲੋਂ ਲੈ ਕੇ ਤੇਰੇ ਅੱਗੇ ਥੋੜ੍ਹਾ ਆਪਣੀ ਸਿਆਣਪ ਮੈਂ ਵਿਖਾਵਾਂਗਾ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਜਿਨ ਦੀਆ ਨਿਮਾਨੇ ਕੋ ਮਾਨ, ਜਿਨ ਕੀਨੀ ਸਭ ਪੂਰਨ ਆਸਾ। ਹੁਣ ਮੇਰੀ ਆਸਾ ਕੋਈ ਰਹੀ ਗੁਨੀ ਆਸਾ, ਸਾਰੀਆਂ ਪੂਰਾ ਕੀਤੀਆਂ, ਸਭੇ ਆਸਾ ਪੂਰੀਆਂ। ਜਿਹੜੀ ਮੇਰੇ ਹਰੇਕ ਆਸਾ ਮੇਰੀ ਪੂਰਨ ਕਰ ਦਿੱਤੀ। ਸਿਮਰੋਂ ਦਿਨ ਰੈਨ ਸਾਸ ਗਿਰਾਸਾ। ਦਿਨ ਹੁਣ ਆ ਕੇ ਨਾ, ਮੈਂ ਕਿਹਾ ਸੀ ਨਾ ਉੱਥੇ ਰੇਨ ਸ਼ਬਦ ਆਇਆ, ਇੱਥੇ ਰੈਨ ਆਇਆ। ਰਾਰੇ ਨੂੰ ਦੁਲਾਵਾਂ, ਨੰਨੇ ਨੂੰ ਸਿਹਾਰੀ ਲੱਗੀ ਹੋਈ ਹੈ, ਕਦੀ ਨਾਣਾ ਵੀ ਆ ਜਾਂਦਾ ਹੈ। ਦਿਨ ਰਾਤ ਸਾਸ ਗਿਰਾਸ। ਗਿਰਾਸ ਦਾ ਅਰਥ ਹੈ ਜਦੋਂ ਆਪਾਂ ਗ੍ਰਾਹੀ ਭੋਜਨ ਛਕਦੇ ਹਾਂ, ਪਾਣੀ ਪੀਂਦੇ ਹਾਂ, ਤਾਂ ਵੀ ਉਹਨੂੰ ਚੇਤੇ ਰੱਖੀਏ, ਦਾਤਾ ਇਹ ਭੋਜਨ ਕਿੰਨੇ ਦਿੱਤਾ ਹੈ? ਇਹ ਤੁਹਾਡੀ ਰਹਿਮਤ, ਤੁਹਾਡੀ ਬਖਸ਼ਿਸ਼ ਹੋਈ ਹੈ। ਮੈਂ ਸਿਮਰਦਾ ਹਾਂ, ਸਿਮਰੋਂ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮੰਗ ਮਿਟਾਵੋ। ਉਸ ਪ੍ਰਮਾਤਮਾ ਨੂੰ ਇਸ ਲਈ ਸਿਮਰਦਾ ਹਾਂ, ਇੱਕ ਤੇ ਮੇਰੇ ਅੰਦਰ ਜਿਹੜੀ ਕਲਾ ਕਲੇਸ਼ ਚੱਲਦੀ ਰਹਿੰਦੀ ਹੈ ਉਹ ਵੀ ਮਿਟ ਜਾਏ। ਪਹਿਲਾਂ ਮੇਰੇ ਘਰ ਦੀ ਵੀ ਕਲਾ ਕਲੇਸ਼ ਮਿਟ ਜਾਏ। ਸੱਚ ਹੈ, ਜਿੱਥੇ ਗੁਰਬਾਣੀ ਹੈ, ਜਿੱਥੇ ਇਹੋ ਜਿਹਾ ਮਾਹੌਲ ਸਿਰਜਿਆ ਜਾਂਦਾ ਹੈ, ਉੱਥੇ ਕਲਾ ਕਲੇਸ਼ ਨਾ ਉਹਨਾਂ ਘਰਾਂ ਵਿੱਚ, ਨਾ ਉਹਨਾਂ ਹਿਰਦਿਆਂ ਵਿੱਚ, ਨਾ ਉਹਨਾਂ ਮੁਹੱਲਿਆਂ ਵਿੱਚ, ਨਾ ਉਹਨਾਂ ਸ਼ਹਿਰਾਂ ਵਿੱਚ, ਨਾ ਉਹਨਾਂ ਰਾਜਾਂ ਵਿੱਚ ਸਕੂੰਦਾ। ਗੁਰੂ ਕੇ ਪਿਆਰ ਵਾਲੇ ਆ ਕੀ ਕੁਝ ਹੋ ਰਿਹਾ? ਆਪਾਂ ਵੇਖਦੇ ਹਾਂ ਅੱਗਾਂ ਲੱਗੀਆਂ ਪਈਆਂ ਨੇ, ਕੀ ਕੁਝ ਹੋ ਜਾਂਦਾ ਹੈ? ਇਹ ਸਾਰਾ ਕੁਝ ਕੀ ਹੋ ਰਿਹਾ ਹੈ? ਸਤਿਗੁਰੂ ਕਹਿੰਦੇ ਨੇ, ਸਿਮਰੋਂ ਦਿਨ ਰੈਨ ਸਾਸ ਗਿਰਾਸਾ। ਲਾਸਟ ਵਾਲਾ ਪਦਾ, ਜਿਸ ਪ੍ਰਸਾਦ ਮਾਇਆ ਸਿਲਕ ਕਾਟੀ। ਜਿਹਦੀ ਕਿਰਪਾ ਦੇ ਨਾਲ, ਭਾਵ ਜਿਹਦੀ ਕਿਰਪਾ ਨੇ ਕਿਰਪਾ ਕੀਤੀ ਮੇਰੇ ਤੇ। ਮਾਇਆ ਸਿਲਕ, ਸਿਲਕ ਵੈਸੇ ਕੱਪੜਾ ਵੀ ਹੁੰਦਾ ਸਿਲਕ ਦਾ, ਤੇ ਕੱਪੜੇ ਦੀ ਲੋਕੀ ਫਾਹੀ ਆਪਾਂ ਵੇਖਿਆ ਕਈ ਵਾਰੀ, ਕੱਪੜੇ ਨਾਲ ਫਾਹੀ ਲੈ ਲਈ, ਚੁੰਨੀ ਨਾਲ, ਕਿਸੇ ਹੋਰ ਕੱਪੜੇ ਨਾਲ। ਮਾਇਆ ਦੀ ਫਾਹੀ ਕੱਟ ਦਿੱਤੀ। ਗੁਰਪ੍ਰਸਾਦ ਅੰਮ੍ਰਿਤ ਬਿਖ ਖਾਟੀ। ਸੁਖਮਣੀ ਸਾਹਿਬ ਵਿੱਚ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਉਹਦੇ ਅਰਥ ਹੋਰ ਨੇ। ਅੰਮ੍ਰਿਤ ਸੁੱਖ ਦਾ ਪ੍ਰਤੀਕ ਹੈ ਤੇ ਉੱਥੇ ਬਿਖ ਦੁੱਖ ਦਾ ਪ੍ਰਤੀਕ ਹੈ। ਇੱਥੇ ਕਹਿੰਦੇ ਨੇ ਗੁਰੂ ਦੀ ਕਿਰਪਾ ਨਾਲ ਜਿਹੜੀ ਮਾਇਆ ਅੰਮ੍ਰਿਤ ਵਾਂਗੂ ਮਿੱਠੀ ਲੱਗਦੀ ਸੀ, ਹੁਣ ਬੜੀ ਕੌੜੀ ਲੱਗਣ ਲੱਗ ਪਈ। ਪਤਾ ਲੱਗ ਗਿਆ, ਮੈਨੂੰ ਸਮਝ ਆ ਗਈ ਕਿ ਮਾਇਆ ਗੁਜ਼ਰਾਨ ਹੈ, ਇਹਨੂੰ ਸਿਰ ਦਾ ਬੋਝ ਨਹੀਂ ਬਣਨ ਦੇਣਾ, ਇਹ ਮੇਰੇ ਤੇ ਸਵਾਰ ਨਾ ਹੋਵੇ। ਤੇ ਅਖੀਰਲੀਆਂ ਪੰਕਤੀਆਂ, ਕਹੋ ਨਾਨਕ ਇਸ ਤੇ ਕਿਛ ਨਾਹੀ, ਰਾਖਨ ਹਾਰੇ ਕੌਸਾਲਾਹੀ। ਗੁਰੂ ਅਰਜਨ ਦੇਵ ਪਿਤਾ ਜੀ ਫਰਮਾਨ ਕਰਦੇ ਨੇ, ਕਹੋ ਨਾਨਕ, ਕਹਿੰਦੇ ਨੇ ਇਹ ਸਾਰਾ ਕੁਝ ਇਹ ਬੰਦੇ ਦੇ ਵੱਸ ਕੁਝ ਨਹੀਂ ਹੈ, ਇਸ ਤੋਂ ਕੁਝ ਨਹੀਂ ਹੋ ਸਕਦਾ। ਮਤਾ ਆਖੇ ਤਾਂ ਹੀ ਤੇ ਵਾਰ-ਵਾਰ ਸੁਖਮਨੀ ਸਾਹਿਬ ਵਿੱਚ ਜੇ ਪ੍ਰਸਾਦ ਵਾਲੀ ਆਪਾਂ ਅਸਪਦੀ ਪੜ੍ਹਦੇ ਹਾਂ। ਇਹਤੀ ਵੀ ਇਹ ਤੋਂ ਕੁਝ ਨਹੀਂ ਹੋ ਸਕਦਾ। ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉ ਰੱਖੀਐ। ਇਸ ਤੋਂ ਕੁਛ ਨਹੀਂ ਹੁੰਦਾ। ਰਾਖਨ ਹਾਰੇ ਕਉ ਸਾਲਾਹੀ। ਜਿਨਨੇ ਮੈਨੂੰ ਰੱਖਿਆ ਹੈ, ਜਿਨਨੇ ਮੇਰੀ ਰੱਖਿਆ ਕੀਤੀ ਹੈ, ਰਾਖ ਲੀਏ ਤਿਨ ਰੱਖਨ ਹਾਰ, ਸਭ ਬਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭੇ ਸਹਾਈ। ਉਹਨੇ ਮੇਰੀ ਰਖਵਾਲੀ ਕੀਤੀ, ਹੁਣ ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਮੈਂ ਉਸ ਰੱਖਣ ਹਾਰੇ ਪ੍ਰਭੂ ਦੀ ਸਦਾ ਸਿਫਤ ਸਲਾਹ ਕਰਦਾ ਹਾਂ। ਸੋ ਗੁਰੂ ਕੇ ਪਿਆਰ ਵਾਲਿਓ,
ਜਿਸ ਕਰਤੇ ਅਕਾਲ ਪੁਰਖ ਵਾਹਿਗੁਰੂ ਦੀਆਂ ਇੰਨੀਆਂ ਵਡਿਆਈਆਂ ਮੇਰੇ ਗੁਰੂ ਸਾਹਿਬ ਜੀ ਨੇ ਆਪ ਕੀਤੀਆਂ ਨੇ, ਤੇ ਅਸੀਂ ਉਹਨੂੰ ਛੱਡ ਕੇ ਕਿਸੇ ਹੋਰ ਨਾਲ ਜੁੜਾਂਗੇ, ਫਿਰ ਆਪਣੇ ਆਪ ਨੂੰ ਸਿਆਣੇ ਸਮਝਾਂਗੇ ਜਾਂ ਗੁਰੂ ਦੀ ਨਜ਼ਰ ਵਿੱਚ ਅਸੀਂ ਕਿਹੋ ਜਿਹੇ ਕਹਿਲਾਵਾਂਗੇ। ਇਸ ਕਰਕੇ ਗੁਰੂ ਵਾਲੇ ਬਣੋ, ਗੁਰੂ ਦੀ ਮੱਤ ਧਾਰਨ ਕਰੀਏ, ਖੰਡੇ ਬਾਟੇ ਦੀ ਪਾਹੁਲ ਛਕੀਏ, ਤੇ ਗੁਰੂ ਦੀ ਰਹਿਮਤ ਬਖਸ਼ਿਸ਼ ਨਾਲ ਜੋ ਪੰਜ ਪਿਆਰੇ ਸਾਨੂੰ ਗੁਰਮਤਿ ਸਿਧਾਂਤ ਉੱਤੇ ਦ੍ਰਿੜ ਕਰਵਾਉਂਦੇ ਨੇ, ਧਿਆਨ ਨਾਲ ਸੁਣੀਏ, ਉਹ ਗੱਲਾਂ ਛੱਡ ਦਈਏ। ਜਿਹੜਾ ਸਾਡਾ ਕਹਿੰਦੇ ਜਿਸ ਪਿੰਡ ਨਹੀਂ ਜਾਣਾ ਉਹਦਾ ਰਾਹ ਪੁੱਛਣ ਦੀ ਕੀ ਲੋੜ ਹੈ। ਇਸ ਕਰਕੇ ਗੁਰਮਤਿ ਅਨੁਸਾਰ ਜੀਵਨ ਜੀਵਨ ਦਾ ਆਪਾਂ ਪ੍ਰਣ ਕਰੀਏ। ਸਤਿਗੁਰੂ ਰਹਿਮਤ ਕਰਨ। ਕੋਟਾਨ ਕੋਟ ਧੰਨਵਾਦ ਦਸਾਂ ਪਾਤਸ਼ਾਹੀਆਂ ਦੀ ਜੋਤ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਆਪਣੀ ਰਹਿਮਤ ਬਖਸ਼ਿਸ਼ ਕਰਕੇ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਦੀ ਸੇਵਾ ਲਈ ਹੈ। ਅਣਜਾਣ ਬੱਚਾ ਹਾਂ, ਭੁੱਲਾਂ ਹੋ ਜਾਂਦੀਆਂ ਹਨ, ਮੇਰੀਆਂ ਭੁੱਲਾਂ ਨਾ ਚਿਤਾਰਨੀਆਂ। ਗੁਰਮਤਿ ਅਨੁਸਾਰ ਕਹੇ ਬਚਨ ਸਾਡੇ ਹਿਰਦੇ 'ਚ ਵਸ ਜਾਣ। ਜਿੱਥੇ ਮੈਂ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦਾ ਧੰਨਵਾਦ, ਉੱਥੇ ਹੋਰ ਵੀ ਸਮੂਹ ਸਟਾਫ ਅਤੇ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਦਾ ਹਾਂ ਜੀ। ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।